ਤੇ ਕਿਸਾਨਾਂ ਦੇ ਉੱਤੇ ਗੱਲ ਕਹਿਣੀ ਚਾਹੂੰਗਾ। ਕਹਿੰਦੇ ਵੀ ਮਿੱਟੀ ਵਿੱਚ ਮਿੱਟੀ ਹੋ ਕੇ ਮਿੱਟੀ ਵਿੱਚ ਲੱਭਦਾ, ਮਿੱਟੀ ਵਿੱਚ ਮਿੱਟੀ ਹੋ ਕੇ ਮਿੱਟੀ ਵਿੱਚੋਂ ਲੱਭਦਾ, ਮਿਹਨਤੀ ਪੰਜਾਬੀ ਇਹ ਅੰਨਦਾਤਾ ਸਭ ਦਾ। ਹਸਰਤਾਂ ਮਾਰ ਕੇ ਬਹਾਨਾ ਕੱਢ ਦਿੰਦਾ ਸੀ ਤੇ ਥੋੜੀ ਚ ਵੀ ਉਹਦਾ ਸ਼ੁਕਰਾਨਾ ਕਰ ਦਿੰਦਾ ਸੀ। ਕੋਈ ਗੱਲ ਨਹੀਂ, ਮਤਲਬ ਵੱਡੀ ਤੋਂ ਵੱਡੀ ਗੱਲ ਨੂੰ ਵੀ ਇਗਨੋਰ ਕਰ ਦਿੰਦੇ ਨੇ। ਤੇ ਉਹ ਕਹਿੰਦਾ ਵੀ ਹਸਰਤਾਂ ਮਾਰ ਕੇ ਬਹਾਨਾ ਕੱਢ ਦਿੰਦਾ ਸੀ ਤੇ ਥੋੜੀ ਚ ਵੀ ਉਹਦਾ ਸ਼ੁਕਰਾਨਾ ਕਰ ਦਿੰਦਾ ਸੀ। ਅੰਨ ਉਪਜਾਉਣ 'ਚ ਸਾਰਿਆਂ ਦਾ ਆਕਾ ਸੀ, ਮੇਰਾ ਇਹ ਪੰਜਾਬ ਯਾਰੋ ਸ਼ੇਰਾਂ ਦਾ ਇਲਾਕਾ। ਦੱਸ ਦੋ ਭਰਾਓ ਸਾਨੂੰ ਖਾਧਾ ਕਿਸ ਕੋੜ ਨੇ, ਪੁੱਛਿਆ ਸੀ ਦੱਸਿਆ ਨਹੀਂ ਪਿੰਡ ਵਾਲੇ ਬੋੜ ਨੇ। ਉਹ ਪਿੰਡ ਬੋੜ ਥੱਲੇ ਸੱਤ ਸੀ ਜੋ ਪਿੰਡ ਵਾਲਾ ਨਾਕਾ ਸੀ, ਮੇਰਾ ਇਹ ਪੰਜਾਬ ਯਾਰੋ ਸ਼ੇਰਾਂ ਦਾ ਇਲਾਕਾ ਸੀ। ਤੇ ਹੱਕ ਲੈਣਾ ਜਾਣਦੇ ਸੀ, ਚੱਟਦੇ ਨਾ ਤਲਵਾ। ਹੱਕ ਲੈਣਾ ਜਾਣਦੇ ਸੀ, ਚੱਟਦੇ ਨਾ ਤਲਵਾ। ਵਾਰਸ ਉਹਦੇ ਨਾਂ ਹਰੀ ਸਿੰਘ ਨਲਵਾ। ਲੜ ਕੇ ਤੇ ਬੈਰੀਆਂ ਦਾ ਕੱਢਤਾ ਕੜਾਕਾ ਸੀ, ਉਹ ਮੇਰਾ ਇਹ ਪੰਜਾਬ ਯਾਰੋ ਸ਼ੇਰਾਂ ਦਾ ਇਲਾਕਾ ਸੀ। ਉਹ ਕਹਿੰਦੇ ਨਾ ਨਾ ਇਹ ਇਸ ਪਾਰਟੀ ਤੋਂ ਤਾਂ ਸਾਡੇ ਚੀਫ ਗੈਸਟ ਆ ਰਹੇ ਨੇ, ਤੁਸੀਂ ਉਹਨਾਂ ਦੇ ਸਾਹਮਣੇ ਆਪ ਬੋਲ ਦੋਗੇ, ਇਹ ਤਾਂ ਅਗਲੇ ਕਹਿਣਗੇ ਮੈਨੂੰ ਤੁਸੀਂ ਇਸ ਵਾਸਤੇ ਬੁਲਾਇਆ। ਤਾਂ ਉਹਨਾਂ ਨੇ ਕਿਹਾ ਵੀ ਤੁਸੀਂ ਇਹਨੂੰ ਛਾਂਟ ਦਿਓ, ਇਹਨੂੰ ਅਲੱਗ ਕਰੋ ਤੇ ਫਿਰ ਤੁਸੀਂ ਆਪਣੀ ਕਵਿਤਾ ਉੱਤੇ ਸੁਣਾਓ। ਉਹ ਹਿੰਦੁਸਤਾਨ ਦੇ ਕੁਝ ਆਪਣੇ ਜਿਹੜੇ ਹਾਲਾਤ ਨੇ ਉਹਦੇ ਉੱਤੇ ਕਵਿਤਾ ਸੀ ਵੀ ਸੁਣੋ ਮਿੱਤਰੋ ਸੁਣੋ ਬੇਲੀਓ, ਮੈਂ ਦਿਆਂਗਾ ਸੱਚਾ ਬਿਆਨ, ਹਾਲ ਸੁਣਾਵਾਂਗਾ ਮੈਂ ਸੱਚਾ, ਇਹ ਹੈ ਮੇਰਾ ਹਿੰਦੁਸਤਾਨ। ਉਹ ਪੈਸਾ ਦੇ ਕੇ ਇੱਥੇ ਨੌਕਰੀ ਮਿਲੇ ਤੇ ਅਫਸਰ ਕਰੇ ਸਲਾਮ, ਜਿਹਦੇ ਕੋਲ ਇੱਥੇ ਪੈਸਾ ਹੈ ਨਹੀਂ ਉਹਦਾ ਬੇਰੁਜ਼ਗਾਰੀ ਲਿਸਟ 'ਚ ਪਹਿਲਾ ਨਾਮ। ਤੇ ਜਣਾ ਖਣਾ ਇੱਥੇ ਬੜੇ ਬਦਮਾਸ਼, ਕਹਿੰਦਾ ਮੇਰੀ ਨੇਤਾ ਜੀ ਨਾਲ ਯਾਰੀ ਹੈ, ਤੇ ਲਾਲ ਬੱਤੀ ਦੀ ਕਾਰ ਲੈ ਕੇ ਲੰਘ ਜਾਂਦੇ ਨੇ, ਕਹਿੰਦੇ ਅਸੀਂ ਕਦੇ ਰੋਡ ਦੇ ਹਾਲ ਤੇ ਨਾ ਝਾਤੀ ਮਾਰੀ। ਤੇ ਉਹ ਲਿਖਿਆ ਸੀ ਵੀ ਜੱਟਾਂ ਦੇ ਕੋਲ ਨਾ ਪੈਸੇ ਰਹਿ ਗਏ ਤੇ ਪ੍ਰਵਾਸੀ ਪੈਸੇ ਬਿਹਾਰ ਨੂੰ ਲੈ ਗਏ, ਹੁਣ ਤਾਂ ਕੋਈ DC ਸਲੂਟ ਮਾਰਦਾ ਏ, ਹੁਣ ਤਾਂ ਬਾਹਰਲਾ ਮਾਡਲ ਟਾਊਨ 'ਚ ਕੋਠੀ ਭਾਲਦਾ ਏ। ਤੇ ਉਹਦੇ 'ਚ ਕੁਛ ਸੀਗਾ ਵੀ ਰੋਡਵੇਜ ਦੀਆਂ ਬੱਸਾਂ ਦੀ ਕੀ ਗੱਲ ਦਸੀਏ, ਕਿਸੇ ਦਾ ਬੂਹਾ ਕਿਸੇ ਦੀ ਬਾਰੀ ਹੈ ਨਹੀਂ, ਬੱਸ ਸਟੈਂਡ ਤੇ ਤਿਆਰ ਖੜੀ ਹੈ, ਬਹਿਣ ਨੂੰ ਤਿਆਰ ਕੋਈ ਸਵਾਰੀ ਹੈ ਨਹੀਂ। ਤੇ ਸਾਈਕਲ ਦੇ ਨਾਲ ਵੀ ਮੈਂ ਉਮਰ ਹੰਢਾ ਲਈ, ਲਾ ਕੇ ਤੇ ਸਟੈਂਡ ਚਾਬੀ ਜੇਬ ਵਿੱਚ ਪਾ ਲਈ। ਉਹ ਗੋਡਿਆਂ 'ਚ ਜਾਨ ਮੇਰੇ ਖੜੀ ਅਦੋਂ ਮੁੱਛ ਸੀ, ਉਹ ਗੋਡਿਆਂ 'ਚ ਜਾਨ ਮੇਰੇ ਖੜੀ ਅਦੋਂ ਮੁੱਛ ਸੀ, ਪੁੰਜੇ ਬਹਿ ਕੇ ਖਾਂਦੇ ਸੀ ਤੇ ਸਾਈਕਲ ਤੇ ਖੁਸ਼ ਸੀ। ਤੇ ਸਾਈਕਲ ਤਾਂ ਹੁੰਦਾ ਉਦੋਂ ਬੜਾ ਅਨਮੋਲ ਸੀ, ਸਾਰੇ ਪਿੰਡ ਵਿੱਚ ਇਹ ਕਿਸੇ ਕਿਸੇ ਕੋਲ ਸੀ। ਤੇ ਸਾਈਕਲ ਦੇ ਨਾਲ ਕਿਵੇਂ ਕਦਰਾਂ ਸੀ ਮੇਰੀਆਂ, ਇਹਦੇ ਨਾਲ ਜੁੜੀਆਂ ਉਹ ਸਦਰਾਂ ਸੀ ਮੇਰੀਆਂ। ਤੇ ਤੁਰਦਾ ਸੀ ਜਦੋਂ ਤਾਂ ਨਜ਼ਾਰਾ ਦਿੰਦਾ ਕਾਰ ਦਾ, ਸਾਰੇ ਪਿੰਡ ਵਿੱਚ ਇਹ ਲਿਸ਼ਕਾਂ ਸੀ ਮਾਰਦਾ। ਤੇ ਸਾਈਕਲ ਨਾ ਮੈਂ ਤੇ ਮੇਰੀ ਭਾਗਵਾਨ ਫੱਬਦੀ, ਸਾਈਕਲ ਨਾ ਮੈਂ ਤੇ ਮੇਰੀ ਭਾਗਵਾਨ ਫੱਬਦੀ, ਮੈਂ ਲੱਗਾ ਦੇਵਾਨੰਦ ਉਹ ਵਜੰਤੀ ਵਾਲਾ ਲੱਗਦੀ। ਤੇ ਬੜੇ ਸ਼ੌਂਕ ਨਾਲ ਉਹ ਬੜੇ ਸ਼ੌਂਕ ਨਾਲ ਉਹਨੂੰ ਪਿੱਛੇ ਸੀ ਬਿਠਾਈ ਦਾ, ਜਾ ਕੇ ਤੇ ਸਟੈਂਡ ਪਿੰਡ ਸਹੁਰਿਆਂ ਦੇ ਲਾਈ। ਤੇ ਸਹੁਰੇ ਪਿੰਡ ਅੱਖ ਸਾਡੇ ਦੋਹਾਂ ਤੇ ਟਿਕਾਈ ਸੀ, ਸਹੁਰੇ ਪਿੰਡ ਅੱਖ ਸਾਡੇ ਦੋਹਾਂ ਤੇ ਟਿਕਾਈ ਸੀ, ਸਾਈਕਲ ਤੇ ਮੈਂ ਦੋਵੇਂ ਪਿੰਡ ਦੇ ਜਵਾਈ ਸੀ। ਤੇ ਦਿਲ ਮੇਰਾ ਆਖੇ ਤੇਰੀ ਗੱਲਬਾਤ ਜੱਗਿਆ, ਉਹ ਜਿਵੇਂ ਹੋਵੇਂ ਪਟਵਾਰੀ ਤਹਿਸੀਲ ਵਿੱਚ ਲੱਗਿਆ। ਤੇ ਸਾਲਿਆਂ ਨੂੰ ਦੱਸਿਆ ਇਹ ਹੁਕਮ ਜਵਾਈ ਦਾ, ਸਾਲਿਆਂ ਨੂੰ ਦੱਸਿਆ ਇਹ ਹੁਕਮ ਜਵਾਈ ਦਾ, ਉਹ ਸਾਈਕਲ ਨੂੰ ਗੰਦਾ ਤੰਦਾ ਹੱਥ ਵੀ ਨਹੀਂ ਲਾਈ। ਬੜੇ ਭਾਈ ਅਥਰੇ ਨਿਆਣੇ ਇੱਥੇ ਬਾਹਰ ਦੇ, ਦੇਖ ਲਈ ਕੋਈ ਅਤਰਾ ਚ ਰੀਟ ਹੀ ਨਾ ਮਾਰਦੇ। ਤੇ ਕੁੱਪੀ ਲੈ ਕੇ ਤੇਲ ਦੀ ਤੇ ਮਾਲਚ ਕਰਾ ਦਿਓ, ਰਵਾਂ ਕਰੇ ਇਹਨੂੰ ਪੁੱਠਾ ਪੈਡਲ ਘੁਮਾ ਦਿਓ। ਲੋਕਡਾਊਨ ਦੇ ਵਿੱਚ ਆਸ਼ਕੀ ਉਹ ਕੀ ਸੀ ਵੀ ਜਦੋਂ ਹੁਣ ਲੋਕੀ ਆਪਸ ਦੇ ਵਿੱਚ ਬੰਦ ਹੋ ਗਏ, ਤੇ ਮੈਂ ਦੇਖਿਆ ਵੀ ਜਿਹੜੀ ਇਹਨਾਂ ਪ੍ਰੇਮੀ ਪ੍ਰੇਮਿਕਾਵਾਂ ਨੂੰ ਬੜੀ ਦਿੱਕਤ ਹੋਈ ਆਪਸ 'ਚ ਮਿਲਣ ਦੇ ਵਿੱਚ। ਤੇ ਉਹਦੇ ਉੱਤੇ ਫਿਰ ਕਵਿਤਾ ਨਿਕਲ ਕੇ ਆਈ ਹੈ ਵੀ ਪਹਿਲਾਂ ਕੁੜੀ ਆਪਣੇ ਪ੍ਰੇਮੀ ਨੂੰ ਕਹਿੰਦੀ ਹੈ, ਕਹਿੰਦੀ ਵੀ ਕਹਿੰਦੀ ਮੂੰਹ ਵਿਖਾ ਜਾ ਸੱਜਣਾ ਤੇ ਠੰਡ ਕਲੇਜੇ ਪਾ ਜਾ ਸੱਜਣਾ। ਕੁੜੀ ਕਹਿੰਦੀ ਆਪਣੇ ਪ੍ਰੇਮੀ ਨੂੰ ਕਿ ਕਹਿੰਦੀ ਮੂੰਹ ਵਿਖਾ ਜਾ ਸੱਜਣਾ, ਉਹ ਠੰਡ ਕਲੇਜੇ ਪਾ ਜਾ ਸੱਜਣਾ, ਤੂੰ ਮੇਰਾ ਬਿੱਟੂ ਤੂੰ ਮੇਰਾ ਚਿੰਟੂ ਤੂੰ ਮੇਰਾ ਬਾਬੂ ਸੋਨਾ ਏ, ਤੂੰ ਮੇਰਾ ਬਿੱਟੂ ਤੂੰ ਮੇਰਾ ਚਿੰਟੂ ਤੂੰ ਮੇਰਾ ਬਾਬੂ ਸੋਨਾ ਏ, ਮੈਨੂੰ ਤਾਂ ਇਹ ਕੈਦੋਂ ਜਾਪੇ ਲੋਕੀ ਕਹਿਣ ਕਰੋਨਾ ਏ। ਤੇ ਬਨੇਰੇ ਉੱਤੇ ਖੜੀ ਉੜੀਕਾਂ ਉਹ ਲੰਘ ਗਈਆਂ ਨੇ ਕਈ ਤਰੀਕਾਂ, ਉਹ ਬਨੇਰੇ ਉੱਤੇ ਖੜੀ ਉੜੀਕਾਂ ਲੰਘ ਗਈਆਂ ਨੇ ਕਈ ਤਰੀਕਾਂ, ਦੱਸ ਵੇ ਤੇਰਾ ਜੀ ਨਹੀਂ ਕਰਦਾ ਤੂੰ ਮੱਖਣ ਦਾ ਡੋਨਾ ਏ, ਉਹ ਮੈਨੂੰ ਤਾਂ ਇਹ ਕੈਦੋਂ ਜਾਪੇ ਲੋਕੀ ਕਹਿਣ ਕਰੋਨਾ ਏ। ਤੇ 20 ਵਾਰੀ ਹੱਥ ਧੋ ਲੈਨੀ ਆ, 20 ਵਾਰੀ ਹੱਥ ਧੋ ਲੈਨੀ ਆ, ਖਾ ਪੀ ਕੇ ਤੇ ਸੋ ਲੈਨੀ, ਕੰਮ ਕਰਤਾ ਹੈ ਨਹੀਂ ਹੁਣ ਲੋਕਡਾਊਨ 'ਚ। ਤੇ 20 ਵਾਰੀ ਹੱਥ ਧੋ ਲੈਨੀ ਆ, ਖਾ ਪੀ ਕੇ ਤੇ ਸੋ ਲੈਨੀ ਆ, ਆਪਣੇ ਬਾਪੂ ਕੋਲੋਂ ਡਰਦੀ ਬੇਬੇ ਵੀ ਨਿਗਰਾਨੀ ਕਰਦੀ, ਹਾਏ ਵੇ ਤੇਰੀ ਯਾਦ ਸਤਾਵੇ ਖਾਲੀ ਦਿਲ ਦਾ ਕੋਨਾ ਏ, ਉਹ ਮੈਨੂੰ ਤਾਂ ਇਹ ਕੈਦੋਂ ਜਾਪੇ ਲੋਕੀ ਕਹਿਣ ਕਰੋ। ਤੁਸੀਂ 10 ਸਾਲ ਤੋਂ ਕਵਿਤਾ ਲਿਖਣੀਆਂ ਬੰਦ ਕਿਉਂ ਕਰਤੀਆਂ ਸੀ? ਅੱਜ ਤੁਹਾਡੀ ਮੁਲਾਕਾਤ ਕਰਵਾਵਾਂਗੇ ਕਿ ਇਹੋ ਜਿਹੇ ਸ਼ਖਸ ਦੇ ਨਾਲ ਜੋ ਆਪਣੀ ਕਵਿਤਾਵਾਂ ਦਾ ਹੀ ਵਿਅੰਗ ਕੱਸਦਾ ਹੈ, ਲੋਕਾਂ ਨੂੰ ਆਪਣੀ ਗੱਲ ਪਹੁੰਚਾਉਂਦਾ ਹੈ, ਦੱਸਦਾ ਹੈ ਸਾਡੇ ਆਲੇ ਦੁਆਲੇ ਵਾਪਰ ਕੀ ਰਿਹਾ ਹੈ, ਸਮਾਜ ਦੀਆਂ ਗੱਲਾਂ ਵੀ ਰੱਖਦਾ, ਤਾਂ ਦੂਸਰੇ ਪਾਸੇ ਹਾਸੇ ਵਾਲੀ ਕਵਿਤਾ ਵੀ ਲੈ ਕੇ ਲੋਕਾਂ ਦੀ ਕਚਹਿਰੀ ਵਿੱਚ ਰੂਬਰੂ ਹੁੰਦਾ ਹੈ। ਜਿਨ੍ਹਾਂ ਨਾਲ ਤੁਹਾਡੀ ਮੁਲਾਕਾਤ ਕਰਵਾਵਾਂਗੇ, ਲੋਕ ਇਹਨਾਂ ਨੂੰ ਜਾਣਦੇ ਨੇ, ਪਰ ਇਸ ਸ਼ਖਸ ਨੇ ਲਗਭਗ 10 ਸਾਲ ਤੋਂ ਕਵਿਤਾ ਨਹੀਂ ਲਿਖੀ ਸੀ। ਫਿਰ ਇਹੋ ਜਿਹਾ ਕੀ ਹੋਇਆ ਕਿ ਵਾਪਸ ਹੁਣ ਕਵਿਤਾ ਦੇ ਰਾਹੀਂ
ਵਿਅੰਗ ਕੱਸਦੇ ਨੇ, ਪੰਜਾਬ ਦੇ ਹਾਲਾਤ ਦੱਸਦੇ ਨੇ, ਕਿਸਾਨੀ ਮੋਰਚੇ ਤੇ ਵੀ ਕੁਛ ਇਹਨਾਂ ਨੇ ਲਾਈਨਾਂ ਲਿਖੀਆਂ ਨੇ। ਤਾਂ ਅਸੀਂ ਤੁਹਾਡੀ ਮੁਲਾਕਾਤ ਕਰਵਾਵਾਂਗੇ ਵਰਿੰਦਰ ਜਟਵਾਨੀ ਨਾਲ, ਜੋ ਕਿ ਲੁਧਿਆਣਾ ਵਿੱਚ ਮੌਜੂਦ ਨੇ। ਕਿਹਾ ਹੀ ਜਾਂਦਾ ਹੈ ਇੱਕ ਕਵਿਤਾ, ਇੱਕ ਲੇਖਕ ਜੋ ਆਸੇ-ਪਾਸੇ ਘਟਨਾਵਾਂ ਹੋ ਰਹੀਆਂ ਨੇ ਉਸ ਨੂੰ ਆਪਦੀ ਕਲਮ ਦੇ ਰਾਹੀਂ ਲੋਕਾਂ ਤੱਕ ਲੈ ਕੇ ਜਾਂਦੇ ਨੇ। ਤਾਂ ਵਰਿੰਦਰ ਨਾਲ ਆਪਾਂ ਗੱਲਬਾਤ ਕਰਾਂਗੇ। ਗੱਲ ਇਹ ਵੀ ਕਰਾਂਗੇ ਕਿ ਉਹਨਾਂ ਨੇ ਕਵਿਤਾ 10 ਸਾਲ ਤੋਂ ਲਿਖੀ ਕਿਉਂ ਨਹੀਂ ਸੀ। ਉਹ ਦੂਸਰੀ ਗੱਲ ਹੈ ਕਿ ਅੱਜ ਦੁਬਾਰਾ ਐਕਟਿਵ ਹੋਏ ਨੇ ਤਾਂ ਕਿਉਂ, ਉਹ ਕਿਹੜੇ ਸ਼ਖਸ ਨੇ ਕਹਿ ਦਿੱਤਾ, ਉਹ ਕੀ ਕਾਰਨ ਬਣ ਗਿਆ ਕਿ ਅੱਜ ਦੁਬਾਰਾ ਲੋਕਾਂ ਦੀ ਕਚਹਿਰੀ ਵਿੱਚ ਆਪਣੀਆਂ ਗੱਲਾਂ ਲੈ ਕੇ ਆਏ ਨੇ ਕਿ ਲੋਕ ਸਮਝ ਸਕਣ, ਪੰਜਾਬ ਦੇ ਹਾਲਾਤ ਸਮਝ ਸਕਣ, ਜੋ ਸਾਡੇ ਆਸੇ-ਪਾਸੇ ਵਾਪਰਿਆ ਉਹ ਸਮਝਿਆ ਜਾਵੇ, ਉਹ ਰਾਜਨੀਤੀ ਪੱਖੋਂ ਵੀ ਲੋਕਾਂ ਨੂੰ ਸਮਝਣਾ ਪੈਣਾ ਹੈ। ਤਾਂ ਵਰਿੰਦਰ ਨਾਲ ਤੁਹਾਡੀ ਮੁਲਾਕਾਤ ਕਰਵਾਵਾਂਗੇ ਜੋ ਲੁਧਿਆਣੇ ਵਿੱਚ ਮੌਜੂਦ ਨੇ। ਭਾਈ ਵਾਹਿ ਖਾਲਸਾ ਵਾਹਿਗੁਰੂ ਜੀ। ਸਤਿ ਸ਼੍ਰੀ ਅਕਾਲ ਸਰ ਜੀ, ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਪੰਜਾਬ ਨਿਊਜ਼ ਚੈਨਲ ਦਾ ਤੁਹਾਡਾ ਕਿ ਤੁਸੀਂ ਆਏ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਤੁਸੀਂ ਕਵਿਤਾ ਛੱਡ ਦਿੱਤੀ ਤੇ ਅੱਜ ਪ੍ਰੋਫੈਸ਼ਨ ਦੀ ਗੱਲ ਕਰੀ ਤਾਂ ਪ੍ਰੋਫੈਸ਼ਨ ਕੀ ਹੈ ਅੱਜ ਕੀ ਕੰਮ ਕਰਨੇ, ਕਿਉਂਕਿ ਤੁਹਾਨੂੰ ਲੋਕੀ ਜਾਣਦੇ ਨੇ, ਦੇਖਦੇ ਵੀ ਨੇ, ਇੱਕ ਕਵੀ ਰਾਹੀਂ ਦੇਖਦੇ ਨੇ। ਅੱਜ ਤੁਹਾਡਾ ਪ੍ਰੋਫੈਸ਼ਨ ਕੀ ਹੈ? ਵੈਸੇ ਮੈਂ ਪਲਾਸਟਿਕ ਮਟੀਰੀਅਲ, ਪੈਕਿੰਗ ਮਟੀਰੀਅਲ ਦੇ ਵਪਾਰ ਦੇ ਨਾਲ ਕਿਤੇ ਨਾਲ ਜੁੜਿਆ ਹੋਇਆ ਵਾਂ। ਮੇਰਾ ਆਪਣੀ ਮੈਨੂਫੈਕਚਰਿੰਗ ਹੈ ਤੇ ਨਾਲ ਮੇਰੀ ਕੁਝ ਟ੍ਰੇਡਿੰਗ ਦਾ ਕੰਮ ਹੈ। ਉਹਨੂੰ ਮੈਂ ਨਾਲ ਨਾਲ ਆਪਣੀ ਫਰਮ ਦੇ ਰਸਤੇ ਆਪਣਾ ਜਿਹੜਾ ਮੇਰਾ ਰੋਜੀ ਰੋਟੀ ਹੈ ਉਹਨੂੰ ਉਸ ਹਿਸਾਬ ਦੇ ਨਾਲ ਮੈਂ ਚਲਾਉਂਦਾ ਜੀ। ਕਾਲਜ ਦੇ ਵਿੱਚ ਤੁਸੀਂ ਕਵਿਤਾ ਸੁਣਾਈ ਸੀ, ਪਹਿਲੀ ਕਵਿਤਾ ਕਿਹੜੀ ਸੀ ਜੋ ਸਟੇਜ ਤੋਂ ਸੁਣਾਈ ਸੀ? ਹਾਂ ਜੀ, ਉਹ ਕਵਿਤਾ ਸੀਗੀ ਜਦੋਂ ਇਸ ਤਰ੍ਹਾਂ ਸੀਗਾ ਵੀ ਪਹਿਲਾਂ ਨਾ ਮੈਨੂੰ ਕੁਝ ਗਾਣ ਦਾ ਵੀ ਸ਼ੌਂਕ ਸੀ ਤੇ ਉਹਨਾਂ ਨੇ ਕਿਹਾ ਵੀ ਥੱਲੇ ਨਾ ਬੇਸਮੈਂਟ ਦੇ ਵਿੱਚ ਹਾਲ ਸੀ, ਉੱਥੇ ਨਾ ਟਰਾਇਲ ਹੋਣਗੇ। ਤੇ ਮੈਂ ਉੱਥੇ ਜਾ ਕੇ ਗੀਤ ਸੁਣਾਇਆ ਤੇ ਮੈਨੂੰ ਕੁਝ ਨੌਲੇਜ ਤਾਂ ਸੀਗੀ ਨਹੀਂ ਮਿਊਜ਼ਿਕ ਦੀ, ਤਾਂ ਉਹ ਠੀਕ ਨਹੀਂ ਲੱਗਾ। ਬਟ ਮੈਨੂੰ ਇਹ ਸੀਗਾ ਵੀ ਮੈਂ ਨਾ ਸਟੇਜ 'ਤੇ ਜਾ ਕੇ ਕੁਛ ਨਾ ਕੁਛ ਕਰਨਾ। ਮੈਨੂੰ ਯਾਦ ਆ ਵੀ ਉਸੇ ਦਿਨ ਹੀ ਮੈਂ ਉਹ ਕਵਿਤਾ ਲਿਖੀ ਸੀ ਤੇ ਮੈਂ ਅਗਲੇ ਦਿਨ ਉੱਥੇ ਜਦੋਂ ਸੁਣਾਈ, ਉਹ ਹਿੰਦੁਸਤਾਨ ਦੇ ਕੁਝ ਆਪਣੇ ਜਿਹੜੇ ਹਾਲਾਤ ਨੇ ਉਹਦੇ ਉੱਤੇ ਕਵਿਤਾ ਸੀ ਵੀ ਸੁਣੋ ਮਿੱਤਰੋ ਸੁਣੋ ਬੇਲੀਓ, ਮੈਂ ਦਿਆਂਗਾ ਸੱਚਾ ਬਿਆਨ, ਹਾਲ ਸੁਣਾਵਾਂਗਾ ਮੈਂ ਸੱਚਾ, ਇਹ ਹੈ ਮੇਰਾ ਹਿੰਦੁਸਤਾਨ। ਉਹ ਪੈਸਾ ਦੇ ਕੇ ਇੱਥੇ ਨੌਕਰੀ ਮਿਲੇ ਤੇ ਅਫਸਰ ਕਰੇ ਸਲਾਮ, ਜਿਹਦੇ ਕੋਲ ਇੱਥੇ ਪੈਸਾ ਹੈ ਨਹੀਂ ਉਹਦਾ ਬੇਰੁਜ਼ਗਾਰੀ ਲਿਸਟ 'ਚ ਪਹਿਲਾ ਨਾਮ। ਤੇ ਜਣਾ ਖਣਾ ਇੱਥੇ ਬੜੇ ਬਦਮਾਸ਼, ਕਹਿੰਦਾ ਮੇਰੀ ਨੇਤਾ ਜੀ ਨਾਲ ਯਾਰੀ ਹੈ, ਤੇ ਲਾਲ ਬੱਤੀ ਦੀ ਕਾਰ ਲੈ ਕੇ ਲੰਘ ਜਾਂਦੇ ਨੇ, ਕਹਿੰਦੇ ਅਸੀਂ ਕਦੇ ਰੋਡ ਦੇ ਹਾਲ 'ਤੇ ਨਾ ਝਾਤੀ ਮਾਰੀਏ। ਤੇ ਉਦੋਂ ਲਿਖਿਆ ਸੀ ਵੀ ਜੱਟਾਂ ਦੇ ਕੋਲ ਨਾ ਪੈਸੇ ਰਹਿ ਗਏ ਤੇ ਪ੍ਰਵਾਸੀ ਪੈਸੇ ਬਿਹਾਰ ਨੂੰ ਲੈ ਗਏ, ਹੁਣ ਤਾਂ ਕੋਈ ਡੀਸੀ ਸਲੂਟ ਮਾਰਦਾ ਏ, ਹੁਣ ਤਾਂ ਬਾਹਰਲਾ ਵੀ ਮਾਡਲ ਟਾਊਨ 'ਚ ਕੋਠੀ ਭਾਲਦਾ ਏ। ਤੇ ਉਹਦੇ 'ਚ ਕੁਛ ਸੀਗਾ ਵੀ ਰੋਡਵੇਜ਼ ਦੀਆਂ ਬੱਸਾਂ ਦੀ ਕੀ ਗੱਲ ਦਸੀਏ, ਕਿਸੇ ਦਾ ਬੂਹਾ ਕਿਸੇ ਦੀ ਬਾਰੀ ਹੈ ਨਹੀਂ, ਬੱਸ ਸਟੈਂਡ 'ਤੇ ਤਿਆਰ ਖੜੀ ਹੈ, ਬਹਿਣ ਨੂੰ ਤਿਆਰ ਕੋਈ ਸਵਾਰੀ ਹੈ ਨਹੀਂ। ਇਸ ਤਰ੍ਹਾਂ ਦੀਆਂ ਕੁਛ ਉਹਦੇ 'ਚ ਹੋਰ ਵੀ ਕਾਫੀ ਸਾਰੇ ਵਿਅੰਗ ਸੀਗੇ ਜਿਹੜੇ ਉਹਦੇ ਉੱਤੇ ਅਸੀਂ ਕੀਤੇ ਸੀ ਵੀ ਰੇਲ ਗਾੜੀਆਂ ਕੀ ਬਾਤ ਪੁੱਛੋ ਹੀ ਨਾ, ਰੇਲ ਗੱਡੀਆਂ ਦੀ ਕੀ ਗੱਲ ਦਸੀਏ, ਇਸ ਕੰਮ 'ਚ ਇੰਡੀਆ ਬੜਾ ਗ੍ਰੇਟ ਹੈ, ਅਸੁਵਿਧਾ ਕੇ ਲਈ ਖੇਦ ਹੈ, ਗਾੜੀ ਅਭੀ 6 ਘੰਟੇ ਲੇਟ ਹੈ। ਸੋ ਇਸ ਤਰ੍ਹਾਂ ਉਹਦੇ 'ਤੇ ਕੁਛ ਵਿਅੰਗ, ਕੁਝ ਰਾਜਨੀਤਿਕ ਵਿਅੰਗ ਸੀਗੇ, ਉਹ ਕਵਿਤਾ ਉਦੋਂ ਲੋਕਾਂ ਨੇ ਬਹੁਤ ਪਸੰਦ ਕੀਤੀ ਸੀ ਜੀ ਸਟੇਜ ਦੇ ਉੱਤੇ। ਹੁਣ ਜ਼ਿਕਰ ਜਿਵੇਂ ਕਰੀਏ, ਮੈਂ ਜਿਵੇਂ ਸ਼ੁਰੂਆਤ ਵਿੱਚ ਹੀ ਕਿਹਾ ਵੀ ਹਰ ਇੱਕ ਲੇਖਕ ਹੋ ਗਿਆ, ਕਵੀ ਹੋ ਗਿਆ, ਚਲੋ ਤੁਸੀਂ ਤੁਹਾਡਾ ਪ੍ਰੋਫੈਸ਼ਨ ਕਵੀ ਤਾਂ ਨਹੀਂ ਹੈਗੇ ਪਰ ਤੁਸੀਂ ਨਾਲ ਨਾਲ ਆਪਣਾ ਇਹ ਵੀ ਲਿਖਣ ਦਾ ਵੀ ਸ਼ੌਂਕ ਹੈਗਾ। ਕਿਸੇ ਨੇ ਹੁਣ ਤੱਕ ਟੋਕਿਆ ਵੀ ਆਹ ਕਵਿਤਾ ਜਿਹੜੀ ਹੈ ਸਹੀ ਨਹੀਂ ਲਿਖੀ? ਤੁਸੀਂ ਜ਼ਿਕਰ ਵੀ ਕਰਦੇ ਸੀ ਕਿ ਕਵਿਤਾ ਲਿਖੀ, ਚਲੋ ਕਿਸੇ ਸਿਆਸੀ ਪਾਰਟੀ ਦਾ ਨਾਂ ਤਾਂ ਨਹੀਂ ਲੈਣਾ, ਉਹ ਸਿਆਸਤਦਾਨ ਨੇ ਸਟੇਜ 'ਤੇ ਆਉਣਾ ਸੀ, ਤੁਹਾਨੂੰ ਮਨਾ ਕਰ ਦਿੱਤਾ ਗਿਆ ਵੀ ਹੁਣ ਇਹ ਕਵਿਤਾ ਨਹੀਂ ਸੁਣਾਉਣੀ, ਇੱਥੇ ਇੱਕ ਸਿਆਸੀ ਲੀਡਰ ਨੇ ਆਉਣਾ। ਜੀ ਜੀ ਹਾਂ, ਉਹ ਇਸ ਤਰ੍ਹਾਂ ਹੋਇਆ ਵੀ ਜਦੋਂ ਦੇਖੋ ਜੀ, ਇਸ ਤਰ੍ਹਾਂ ਵੀ ਕਾਲਜ ਸਕੂਲ ਵਾਲੇ ਇਸ ਚੀਜ਼ ਦਾ ਵੀ ਬੜਾ ਧਿਆਨ ਰੱਖਦੇ ਨੇ ਵੀ ਕਿਤੇ ਨਾ ਕਿਤੇ ਕੋਈ ਇੱਦਾਂ ਦੀ ਗੱਲ ਨਹੀਂ ਹੋਣੀ ਚਾਹੀਦੀ। ਉਹਦੇ 'ਚ ਐਕਚੁਅਲੀ ਕੀ ਵੀ ਜਦੋਂ ਬੰਦਾ ਸ਼ੁਰੂਆਤ ਕਰਦਾ ਉਹਦੇ 'ਚ, ਜਦੋਂ ਹੁਣ ਮੇਰੀ ਉਦੋਂ ਮੰਨ ਲਓ ਉਮਰ 20 ਸਾਲ ਦੀ ਸੀ, ਉਦੋਂ ਬੰਦੇ 'ਚ ਮੈਚੋਰਿਟੀ ਵੀ ਘੱਟ ਹੁੰਦੀ। ਉਹ ਕਹਿੰਦਾ ਮੈਂ ਨਹੀਂ ਪਰਵਾਹ ਕਰਦਾ ਜੀ ਕਿਸੇ ਦੀ, ਮੈਂ ਸਿੱਧਾ ਹੀ ਗੱਲ ਕਹਿ ਦਿੰਦਾ ਹੈ ਨਾ ਜੀ। ਅਤੇ ਮੈਂ ਸਿੱਧਾ ਨਾਮ ਲਿਖ ਕੇ ਉਹਦੇ ਵਿੱਚ ਗੱਲ ਕੀਤੀ ਹੋਈ ਸੀ। ਅਤੇ ਜਦੋਂ ਮੈਂ ਉਹਨਾਂ ਨੂੰ ਉਹ ਕਹਿੰਦੇ ਜੀ ਸਾਨੂੰ ਪਹਿਲਾਂ ਦੱਸੋ ਤੁਸੀਂ ਕੀ ਬੋਲਣਾ, ਅਤੇ ਮੈਂ ਉਹਨਾਂ ਨੂੰ ਦੱਸਿਆ ਵੀ ਆਇਆ ਮੈਂ ਬੋਲਣਾ ਜੀ। ਅਤੇ ਉਹ ਕਹਿੰਦੇ ਨਾ ਇਹ ਇਸ ਪਾਰਟੀ ਤੋਂ ਤਾਂ ਸਾਡੇ ਚੀਫ ਗੈਸਟ ਆ ਰਹੇ ਨੇ, ਤੁਸੀਂ ਉਹਨਾਂ ਦੇ ਸਾਹਮਣੇ ਆ ਬੋਲ ਦੋਗੇ, ਇਹ ਤਾਂ ਅਗਲੇ ਕਹਿਣਗੇ ਮੈਨੂੰ ਤੁਸੀਂ ਇਸ ਵਾਸਤੇ ਬੁਲਾਇਆ। ਤਾਂ ਉਹਨਾਂ ਨੇ ਕਿਹਾ ਵੀ ਤੁਸੀਂ ਇਹਨੂੰ ਛਾਂਟ ਦਿਓ, ਇਹਨੂੰ ਅਲੱਗ ਕਰੋ ਅਤੇ ਫਿਰ ਤੁਸੀਂ ਆਪਣੀ ਕਵਿਤਾ ਉੱਤੇ ਸੁਣਾਓ ਜੀ। ਕਵਿਤਾ ਕਿਹੜੀ ਸੀ ਉਹ ਵਾਲੀ? ਇਹੀ ਜਿਹੜੀ ਮੈਂ ਤੁਹਾਨੂੰ ਸੁਣਾਈ ਹੈ, ਸੁਣੋ ਮਿੱਤਰੋ ਸੁਣੋ ਬੇਲੀਓ, ਮੈਂ ਦਿਆਂਗਾ ਸੱਚਾ ਬਿਆਨ। ਹੁਣ ਮੈਂ ਉਹਦੇ 'ਚ ਵੀ ਉਹ ਚੀਜ਼ਾਂ ਕੱਢ ਦਿੱਤੀਆਂ ਨੇ, ਤੁਹਾਨੂੰ ਵੀ ਜਿਹੜੀਆਂ ਸੁਣਾਈਆਂ ਉਹਦੇ 'ਚੋਂ ਕੱਢ ਦਿੱਤੀਆਂ। ਔਰ ਉਹ ਠੀਕ ਹੈ, ਹੁਣ ਮੈਨੂੰ ਠੀਕ ਵੀ ਲੱਗਦਾ ਉਹ ਗੱਲ ਜੋ ਉਹਨਾਂ ਨੇ ਕਹੀ ਸੀ ਉਹ ਠੀਕ ਹੀ ਕਹੀ ਸੀ। ਲੇਕਿਨ ਉਦੋਂ ਮੈਨੂੰ ਐਂ ਲੱਗਦਾ ਸੀ ਵੀ ਯਾਰ ਇਹ ਕੀ ਹੋਇਆ, ਇਹ ਤਾਂ ਕਵਿਤਾ ਦੇ ਨਾਲ ਇਨਸਾਫ ਨਹੀਂ ਹੈਗਾ। ਕਿਉਂਕਿ ਕਵੀ ਦੀ ਸਭ ਤੋਂ ਵੱਡੀ ਗੱਲ ਰਹਿੰਦੀ ਵੀ ਅਗਰ ਕਵਿਤਾ ਦੇ ਵਿੱਚ ਨਾ ਉਹਨੂੰ ਕੁਝ ਕੱਟਣਾ ਪੈ ਜੇ ਆਪਣੇ ਲਿਖੇ ਦੇ ਵਿੱਚ, ਉਹਦੇ ਲਈ ਬੜਾ ਦਰਦ ਭਰਾ ਹੁੰਦਾ ਵੀ ਨਹੀਂ ਯਾਰ ਮੈਂ ਇਹਨੂੰ ਕੱਟਣਾ ਨਹੀਂ ਹੈਗਾ। ਕਈ ਵਾਰੀ ਤੁਸੀਂ ਦੇਖਿਆ ਹੋਣਾ ਕਿ ਬੜੇ ਬੜੇ ਰਾਈਟਰਸ ਨੇ ਆਪਣੀ ਗੱਲ ਤੋਂ ਪਿੱਛੇ ਨਹੀਂ ਹਟੇ, ਕਹਿ ਦਿੱਤੀ ਤਾਂ ਕਹਿ ਦਿੱਤੀ, ਅਤੇ ਉਹ ਕਰਨਾ ਬੜਾ ਔਖਾ ਸੀ। ਪਰ ਮੈਨੂੰ ਇਹ ਸੀ ਵੀ ਚਲੋ ਨਹੀਂ ਤਾਂ ਫਿਰ ਮੈਨੂੰ ਸਟੇਜ 'ਤੇ ਮੌਕਾ ਨਹੀਂ ਦੇਣਗੇ, ਅਤੇ ਮੈਂ ਕਿਹਾ ਜੀ ਨਹੀਂ ਜੀ ਠੀਕ ਹੈ ਜੀ, ਮੈਂ ਇੱਦਾਂ ਕਰਕੇ ਕਰ ਲੈਂਦਾ ਜੀ। ਹਾਂਜੀ, ਇਸ ਪਾਸੇ ਕਿਵੇਂ ਆ ਗਏ ਕਵਿਤਾ ਲਿਖਣ ਵਾਲੇ ਪਾਸੇ? ਤੁਸੀਂ ਕਹਿੰਦੇ ਤੁਹਾਡਾ ਟ੍ਰੇਨ ਦਾ ਬਿਜ਼ਨਸ ਹੈਗਾ, ਅਤੇ ਇਸ ਪਾਸੇ ਕਿਵੇਂ ਆ ਗਏ? ਕਿੱਦਾਂ ਸ਼ੌਂਕ ਪੈ ਗਿਆ? ਕਦੋਂ ਕਵਿਤਾਵਾਂ ਲਿਖਣੀ ਸ਼ੁਰੂ ਕੀਤੀਆਂ? ਜਾਂ ਤੁਸੀਂ ਮੈਂ ਉਹ ਵੀ ਉਸੇ ਗੱਲ 'ਤੇ ਵੀ ਆਵਾਂਗੇ ਵੀ ਤੁਸੀਂ 10 ਸਾਲ ਕਵਿਤਾ ਜਿਹੜੀ ਹੈ ਲਿਖਣੀ ਬੰਦ ਕਰਤੀ ਸੀ, ਇਸ ਪਾਸੇ ਕਿੱਦਾਂ ਆ ਗਏ ਤੁਸੀਂ?
ਜੀ ਦੇਖੋ, ਇਸ ਤਰ੍ਹਾਂ ਵੀ ਮੈਂ ਪਹਿਲਾਂ ਵੀ 1-2 ਇੰਟਰਵਿਊਜ਼ ਹੋਈਆਂ, ਉਹ 'ਚ ਮੈਂ ਦੱਸਿਆ ਸੀ ਵੀ ਮੈਨੂੰ ਜਿਸ ਤਰ੍ਹਾਂ ਕਿਤਾਬ ਪੜ੍ਹਦੇ ਦਾ ਵਿਚਾਰ ਆਇਆ, ਮੈਂ ਆਪਣੇ ਟੀਚਰ ਨੂੰ ਪੁੱਛਦਾ ਵਾਂ ਵੀ ਇਹ ਕਵਿਤਾਵਾਂ ਕੌਣ ਲਿਖਦਾ? ਉਹ ਕਹਿੰਦੇ ਜੀ ਸਾਡੇ ਵਰਗੇ ਲੋਕ ਲਿਖਦੇ ਨੇ ਕਵਿਤਾਵਾਂ ਤਾਂ। ਮੈਂ ਕਿਹਾ ਜੀ ਮੈਂ ਵੀ ਲਿਖ ਸਕਦਾ? ਉਹ ਕਹਿੰਦੇ ਹਾਂ ਲਿਖ ਸਕਦਾ। ਤਾਂ ਮੈਂ ਸੋਚਿਆ ਮੈਂ ਅੱਜ ਘਰ ਜਾ ਕੇ ਕਵਿਤਾ ਲਿਖਣ ਦੀ ਕੋਸ਼ਿਸ਼ ਕਰੂੰਗਾ। ਅਤੇ ਮੈਂ ਲਿਖੀ, ਛੋਟੀ ਜਿਹੀ ਕਵਿਤਾ ਸੀਗੀ ਵੀ ਇਹ ਹੈ ਮੇਰੀ ਸੋਹਣੀ ਕਿਤਾਬ ਜਿਸ ਤੋਂ ਮੈਂ ਕਰਦਾ ਹਿਸਾਬ, ਇਸ ਤੋਂ ਚੰਗੀ ਸਿੱਖਿਆ ਮਿਲਦੀ, ਇਸ ਤਰ੍ਹਾਂ ਕਵਿਤਾ ਸੀ। ਹੁਣ ਮੈਨੂੰ ਇਹ ਹੋ ਗਈ 1995 ਦੀ ਗੱਲ ਹੋਏਗੀ, ਮੈਨੂੰ ਯਾਦ ਨਹੀਂ ਹੁਣ ਪੂਰੀ ਉਹ। ਲੇਕਿਨ ਉਸ ਤੋਂ ਬਾਅਦ ਨਾ ਹੌਲੀ ਕਦੇ ਨਾ ਕਦੇ ਕੁਛ ਨਾ ਕੁਛ ਲਿਖਦਾ ਰਹਿੰਦਾ ਸੀ। ਫਿਰ ਕਾਲਜ ਦੇ ਵਿੱਚ ਮੈਂ ਜਦ ਗਿਆ ਨਾ, ਅਤੇ ਮੈਨੂੰ ਪਤਾ ਲੱਗਾ ਵੀ ਇੱਥੇ ਨਾ ਉੱਥੇ ਵਾਲ ਮੈਗਜ਼ੀਨ ਹੁੰਦੀ ਸੀ, ਅਤੇ ਗੇਟ ਦੇ ਅੰਦਰ ਐਂਟਰ ਹੁੰਦਿਆਂ ਹੀ। ਅਤੇ ਉੱਥੇ ਮੈਨੂੰ ਯਾਦ ਹੈ ਵੀ ਕਾਲਜ 'ਚ ਇੱਕ ਮੈਮ ਸੀ, ਮਿੰਨੀ ਮੈਮ ਸੀ ਸਾਡੇ, ਅਤੇ ਉਹਨਾਂ ਨੂੰ ਬੱਚਿਆਂ ਨੂੰ ਦੱਸਿਆ ਵੀ ਇਹ ਮੁੰਡਾ ਲਿਖਦਾ। ਉਹ ਕਹਿੰਦੇ ਤੂੰ ਸਾਨੂੰ ਮੈਨੂੰ ਲਿਖ ਕੇ ਦੇ ਦੇ, ਅਤੇ ਕਾਲਜ ਦੀ ਇੱਕ ਦਾ ਬਿਆਸ ਮੈਗਜ਼ੀਨ ਛਪਦੀ ਆ, ਅਸੀਂ ਉਹਦੇ 'ਚ ਦੇ ਦਾਂਗੇ। ਫਿਰ ਮੈਂ ਉੱਥੇ ਦਿੱਤੀ, ਅਤੇ ਉੱਥੇ ਵੀ ਉਹਨਾਂ ਨੇ ਮੇਰੀਆਂ ਬੜੀਆਂ ਅੱਛੀਆਂ ਲੱਗੀਆਂ ਉਹਨਾਂ ਨੂੰ ਕਵਿਤਾਵਾਂ। ਅਤੇ ਉਹ ਆਤੰਕਵਾਦ 'ਤੇ ਇੱਕ ਕਵਿਤਾ ਸੀਗੀ, ਇੱਕ ਹੋਰ ਸੀ। ਫਿਰ ਉਹ ਲਿਖੀਆਂ, ਅਤੇ ਉਦੋਂ ਮੈਨੂੰ ਕੁਛ ਨਹੀਂ ਸੀ ਪਤਾ ਵੀ ਵਿਧਾ ਕੀ ਹੈ, ਲਿਖਣਾ ਕਿੱਦਾਂ ਚਾਹੀਦਾ, ਪਰ ਮੈਂ ਲਿਖਦਾ ਸੀ, ਲੋਕਾਂ ਨੂੰ ਚੰਗਾ ਲੱਗਦਾ ਸੀ। ਉਹਨਾਂ ਨੇ ਬਿਆਸ ਮੈਗਜ਼ੀਨ ਦੇ ਵਿੱਚ ਵੀ ਛਾਪੀ, ਸ਼ਾਇਦ ਮੇਰੇ ਕੋਲ ਮੈਗਜ਼ੀਨਸ ਪਈਆਂ ਹੋਣਗੀਆਂ, ਉਹ 'ਚ ਹਾਲੇ ਵੀ ਹੈਗੀ ਹੈ। ਫਿਰ ਕੁਛ ਹੋਰ ਔਰਗਨਾਈਜੇਸ਼ਨਾਂ ਦੇ ਕੁਛ ਸਮਾਂ ਕੋਈ ਮੈਗਜ਼ੀਨਸ ਵਗੈਰਾ ਛਪਦੀਆਂ ਸੀ, ਕਈ ਵਾਰੀ ਮੈਂ ਉੱਥੇ ਦੇ ਦਿੰਦਾ ਸੀ, ਉੱਥੇ ਛਪ ਜਾਂਦੀ ਸੀ। ਵਾਲ ਮੈਗਜ਼ੀਨ 'ਤੇ ਜਦੋਂ ਲੱਗਦੀ ਸੀ ਕਵਿਤਾ, ਅਤੇ ਕਈ ਵਾਰੀ ਲੋਕ ਮੇਰੇ ਫਰੈਂਡਸ ਮੈਨੂੰ ਆ ਕੇ ਦੱਸਦੇ ਸੀ ਤੇਰੀ ਕਵਿਤਾ ਉੱਥੇ ਲੱਗੀ ਹੋਈ ਆ, ਤਾਂ ਮੈਂ ਦੇਖਣ ਜਾਂਦਾ ਸੀ, ਹਾਂ ਲੱਗੀ ਹੋਈ ਹੈ। ਅਤੇ ਕੋਈ ਲੋਕ ਆ ਕੇ ਦੱਸਦੇ, ਉਹ ਚੰਗਾ ਲੱਗਦਾ ਸੀ ਵੀ ਹਾਂ ਯਾਰ ਤੇਰੀ ਕਵਿਤਾ ਉੱਥੇ ਲੱਗੀ, ਅਸੀਂ ਪੜ੍ਹ ਕੇ ਆਏ ਹਾਂ। ਅਤੇ ਉਹ ਕਾਲਜ 'ਚ ਵੀ ਨਾ ਕੁਛ ਜਿਹੜੇ ਮੇਰੇ ਨਾਲ ਮੇਰੀ ਸਟਰੀਮ ਦੇ ਨਹੀਂ ਸੀ, ਕੋਈ ਬਾਹਰਲੇ ਸੀ, ਉਹ ਵੀ ਲੋਕ ਜਾਣਨ ਲੱਗ ਗਏ ਸੀ ਵੀ ਇਹ ਮੁੰਡਾ ਕਵਿਤਾ ਲਿਖਦਾ ਹੈਗਾ ਵਾ। ਅਤੇ ਉਹ ਫਿਰ ਉਹ ਹੌਲੀ ਹੌਲੀ ਜਦੋਂ ਤੁਹਾਨੂੰ ਨਾ ਕੋਈ ਇੱਦਾਂ ਮੋਟੀਵੇਸ਼ਨ ਮਿਲਦੀ ਹੈ, ਲੋਕ ਸਰਾਹੁੰਦੇ ਨੇ, ਫਿਰ ਤੁਹਾਨੂੰ ਲੱਗਦਾ ਵੀ ਮੈਨੂੰ ਹੋਰ ਲਿਖਣਾ ਚਾਹੀਦਾ। ਮਤਲਬ ਮੈਨੂੰ ਇਹ ਵੀ ਲੱਗਦਾ ਵੀ ਜੇ ਕਿਸੇ ਚੀਜ਼ ਨੂੰ ਹਵਾ ਵੀ ਨਹੀਂ ਨਾ ਲੱਗਦੀ, ਤਾਂ ਉਹ ਵੀ ਕਿਤੇ ਨਾ ਕਿਤੇ ਫਿਰ ਬਹਿਣੀ ਸ਼ੁਰੂ ਹੋ ਜਾਂਦੀ ਵੀ ਚਲੋ ਠੀਕ ਹੈ ਭਾਈ, ਉਦੋਂ ਇਸ ਤੋਂ ਚੱਲਦਾ। ਜਦੋਂ ਤੱਕ ਲੋਕ ਤੁਹਾਨੂੰ ਥੋੜ੍ਹਾ ਜਿਹਾ ਹਾਈਟ ਦਿੰਦੇ ਨੇ, ਥੋੜ੍ਹਾ ਜਿਹਾ ਚਾਹੁੰਦੇ ਵੀ ਹਾਂ ਠੀਕ ਲਿਖ ਰਹੇ, ਉਹ ਬੰਦੇ ਨੂੰ ਕਿਤੇ ਨਾ ਕਿਤੇ ਅੱਗੇ ਹੋਰ ਲਿਖਣ ਵਾਸਤੇ ਜਿਹੜਾ ਹੈ ਨਾ ਉਹਨੂੰ ਪ੍ਰੇਰਿਤ ਕਰਦਾ ਵਾ। ਤੁਸੀਂ ਪੰਜਾਬ ਉੱਤੇ ਵੀ ਕੋਈ ਕਵਿਤਾ ਲਿਖੀ ਹੈ, ਚਾਹੂੰਗਾ ਵੀ ਜ਼ਰੂਰ ਸੁਣਾਓ, ਪੰਜਾਬ ਦੇ ਹਾਲਾਤਾਂ ਬਾਰੇ ਲਿਖੀ ਹੈ ਜੀ। ਉਹ ਕਵਿਤਾ ਮੇਰੀ ਜਿਹੜੀ ਹੈ, ਇੱਕ ਮੈਂ ਲਿਖੀ ਸੀ ਜਿਹੜੀ ਨਸ਼ੇ ਦੇ ਉੱਪਰ ਮੈਂ ਲਿਖੀ ਹੈ, ਉਹ ਮੈਂ ਕਵਿਤਾ ਤੁਹਾਨੂੰ ਸੁਣਾ ਦਿੰਦਾ ਜੀ। ਉਹ ਕਵਿਤਾ ਹੈਗੀ ਹੈ ਕਿ ਮਤਲਬ ਕਿ ਜਦੋਂ ਨਾ ਇੱਕ ਪੰਜਾਬੀ ਬੰਦਾ ਕੋਈ NRI ਬਾਹਰ ਆਉਂਦਾ ਹੈ, ਅਤੇ ਹਰ ਬੰਦੇ ਨੂੰ ਨਾ ਆਪਣੇ ਦੇਸ਼ ਦੇ ਨਾਲ, ਆਪਣੇ ਭਾਰਤ ਦੇ, ਉਹ ਚਾਹੇ ਚਲਾ ਇੱਥੋਂ ਦੂਰ ਜਾਵੇ, ਲੇਕਿਨ ਉਹਨੂੰ ਆਪਣੀ ਮਿੱਟੀ ਦੇ ਨਾਲ ਬੜਾ ਮੋਹ ਰਹਿੰਦਾ ਹਮੇਸ਼ਾ ਕਿ ਮੇਰਾ ਪੰਜਾਬ ਖੁਸ਼ਹਾਲ ਰਵੇ, ਮੇਰਾ ਪੰਜਾਬ ਉੱਦਾਂ ਹੀ ਰਵੇ ਜਿੱਦਾਂ ਪਹਿਲਾਂ ਸੀ, ਖੁਸ਼ਹਾਲ ਸੀ। ਅਤੇ ਜਦੋਂ ਇੱਕ ਸਮਾਂ ਕੱਢਣ ਤੋਂ ਬਾਅਦ ਪੰਜਾਬ ਆਉਂਦਾ, ਅਤੇ ਪੰਜਾਬ ਦੇ ਪਿੰਡ ਦੇ ਹਾਲਾਤ ਉਹੋ ਜਿਹੇ ਨਹੀਂ ਨਜ਼ਰ ਆਉਂਦੇ, ਤਾਂ ਫਿਰ ਉਹ ਸਵਾਲ ਕਰਦਾ ਉਹਦੇ ਵਿੱਚ, ਫਿਰ ਉਹਨੂੰ ਸਮੱਸਿਆ ਦੱਸੀ ਜਾਂਦੀ ਹੈ, ਅਤੇ ਉਹਦਾ ਹੱਲ ਦਿੱਤਾ ਕਵਿਤਾ ਦੇ ਵਿੱਚ ਵੀ। ਜਦੋਂ NRI ਬਾਹਰ ਆਉਂਦਾ, ਅਤੇ ਉਹ ਕਹਿੰਦਾ ਵੀ ਦੱਸੋ ਪਿੰਡ ਵਾਲਿਓ ਵੇ ਹੋ ਗਿਆ ਕਿ ਵਾਕਾ ਸੀ, ਮੇਰਾ ਇਹ ਪੰਜਾਬ ਯਾਰੋ ਸ਼ੇਰਾਂ ਦਾ ਇਲਾਕਾ ਸੀ। ਦੱਸੋ ਪਿੰਡ ਵਾਲਿਓ ਵੇ ਹੋ ਗਿਆ ਕਿ ਵਾਕਾ ਸੀ, ਮੇਰਾ ਇਹ ਪੰਜਾਬ ਯਾਰੋ ਸ਼ੇਰਾਂ ਦਾ ਇਲਾਕਾ ਸੀ। ਅਤੇ ਜਾ ਕੇ ਤੇ ਵਿਦੇਸ਼ਾਂ ਵਿੱਚ ਝੰਡੇ ਇਹਨਾਂ ਗੱਢ ਤੇ, ਬਾਰਡਰਾਂ 'ਤੇ ਵੈਰੀਆਂ ਦੇ ਸਿਰ ਇਹਨਾਂ ਵੱਢ ਤੇ, ਹੁਣ ਵੀ ਤਾਂ ਪਹਿਲਾਂ ਵਾਂਗ ਚੜ੍ਹਦੀ ਸਵੇਰੇ, ਭਵਿੱਖ ਤੇ ਪੰਜਾਬ ਦੇ ਕਿਉਂ ਪੈ ਗਿਆ ਹਨੇਰੇ। ਹੁਣ ਵੀ ਤਾਂ ਪਹਿਲਾਂ ਵਾਂਗ ਚੜ੍ਹਦੀ ਸਵੇਰੇ, ਭਵਿੱਖ ਤੇ ਪੰਜਾਬ ਦੇ ਕਿਉਂ ਪੈ ਗਿਆ ਹਨੇਰੇ। ਖੜੀ ਵੇਖ ਮੌਤ ਨੂੰ ਤੇ ਮਾਰਦਾ ਠਹਾਕਾ ਸੀ, ਉਹ ਮੇਰਾ ਇਹ ਪੰਜਾਬ ਯਾਰੋ ਸ਼ੇਰਾਂ ਦਾ ਇਲਾਕਾ ਸੀ। ਅਤੇ ਕਿਸਾਨਾਂ ਦੇ ਉੱਤੇ ਇੱਕ ਗੱਲ ਕਹਿਣੀ ਚਾਹੂੰਗਾ, ਕਹਿੰਦੇ ਵੀ ਮਿੱਟੀ ਵਿੱਚ ਮਿੱਟੀ ਹੋ ਕੇ ਮਿੱਟੀ ਵਿੱਚ ਲੱਭਦਾ, ਮਿੱਟੀ ਵਿੱਚ ਮਿੱਟੀ ਹੋ ਕੇ ਮਿੱਟੀ ਵਿੱਚੋਂ ਲੱਭਦਾ, ਮਿਹਨਤੀ ਪੰਜਾਬੀ ਇਹ ਅੰਨਦਾਤਾ ਸਭ ਦਾ, ਹਸਰਤਾਂ ਮਾਰ ਕੇ ਬਹਾਨਾ ਕੱਢ ਦਿੰਦਾ ਸੀ, ਅਤੇ ਥੋੜ੍ਹੀ 'ਚ ਵੀ ਉਹਦਾ ਸ਼ੁਕਰਾਨਾ ਕਰ ਦਿੰਦਾ ਸੀ। ਹਸਰਤਾਂ ਮਾਰ ਕੇ ਦੀ ਜਿਹੜੀ ਮੈਨੂੰ ਗੱਲ ਹੈ, ਮੈਨੂੰ ਯਾਦ ਹੈ ਮੈਂ ਯੁਵਰਾਜ ਸਿੰਘ ਜੀ ਦੀ ਫਿਲਮ ਦੇਖ ਰਿਹਾ ਸੀ ਸਟੇਸ਼ਨ, ਉਹ 'ਚ ਨਾ ਵਾਰ-ਵਾਰ ਵੱਡੀ ਤੋਂ ਵੱਡੀ ਗੱਲ ਹੋ ਜਾਏ ਨਾ, ਕਹਿੰਦੇ ਉਹ ਗੱਲ ਹੀ ਕੋਈ ਨਹੀਂ, ਕੋਈ ਗੱਲ ਨਹੀਂ, ਮਤਲਬ ਵੱਡੀ ਤੋਂ ਵੱਡੀ ਗੱਲ ਵੀ ਇਗਨੋਰ ਕਰ ਦਿੰਦੇ ਨੇ। ਅਤੇ ਉਹ ਕਹਿੰਦਾ ਵੀ ਹਸਰਤਾਂ ਮਾਰ ਕੇ ਬਹਾਨਾ ਕੱਢ ਦਿੰਦਾ ਸੀ, ਅਤੇ ਥੋੜ੍ਹੀ 'ਚ ਵੀ ਉਹਦਾ ਸ਼ੁਕਰਾਨਾ ਕਰ ਦਿੰਦਾ ਸੀ। ਅੰਨ ਉਪਜਾਉਣ 'ਚ ਸਾਰਿਆਂ ਦਾ ਆਕਾ ਸੀ, ਮੇਰਾ ਇਹ ਪੰਜਾਬ ਯਾਰੋ ਸ਼ੇਰਾਂ ਦਾ ਇਲਾਕਾ ਸੀ। ਅਤੇ ਉਹ ਪੁੱਛਦਾ ਵੀ ਦੱਸ ਦਿਓ ਭਰਾਓ ਸਾਨੂੰ ਖਾਧਾ ਕਿਸ, ਦੱਸ ਦਿਓ ਭਰਾਓ ਸਾਨੂੰ ਖਾਧਾ ਕਿਸ ਕੋੜ ਨੇ, ਪੁੱਛਿਆ ਸੀ ਦੱਸਿਆ ਨਹੀਂ ਪਿੰਡ ਵਾਲੇ ਬੋੜ ਨੇ। ਉਹ ਪਿੰਡ ਬੋੜ ਥੱਲੇ ਸੱਥ ਸੀ ਜੋ ਪਿੰਡ ਵਾਲਾ ਨਾਕਾ ਸੀ, ਮੇਰਾ ਇਹ ਪੰਜਾਬ ਯਾਰੋ ਸ਼ੇਰਾਂ ਦਾ ਇਲਾਕਾ ਸੀ। ਅਤੇ ਹੱਕ ਲੈਣਾ ਜਾਣਦੇ ਸੀ, ਚੱਟਦੇ ਨਾ ਤਲਵਾ, ਹੱਕ ਲੈਣਾ ਜਾਣਦੇ ਸੀ, ਚੱਟਦੇ ਨਾ ਤਲਵਾ, ਵਾਰਸ ਉਹਦੇ ਨਾਂ ਹਰੀ ਸਿੰਘ ਨਲਵਾ, ਲੜ ਕੇ ਤੇ ਬੈਰੀਆਂ ਦਾ ਕੱਢਤਾ ਕੜਾਕਾ ਸੀ, ਉਹ ਮੇਰਾ ਇਹ ਪੰਜਾਬ ਯਾਰੋ ਸ਼ੇਰਾਂ ਦਾ ਇਲਾਕਾ ਸੀ। ਅਤੇ ਇੰਨੀ ਗੱਲ ਸੁਣ ਕੇ ਤੇ ਬਾਬਾ ਇੱਕ ਬੋਲਿਆ, ਅਤੇ ਭੇਤ ਸਾਰਾ ਦਿਲ ਵਾਲਾ ਉਸ ਨੇ ਸੀ ਖੋਲ੍ਹਿਆ ਕਿ ਤੇਰਾ ਇਹ ਪੰਜਾਬ ਹੁਣ ਹੋ ਗਿਆ ਨਲਾਇਕ ਨਹੀਂ, ਉਹ ਜਦੋਂ ਦੀ ਪੰਜਾਬ ਵਿੱਚ ਵੜ ਗਈ ਸਮੈਕ ਨਹੀਂ। ਅਤੇ ਸੋਹਣੇ ਤੇ ਸੁਨੱਖਿਆਂ ਦਾ ਖੂਨ ਦਿੰਦੀ ਸਾੜ ਨਹੀਂ, ਲੱਤ ਲੱਗ ਜਾਏ ਤਾਂ ਕਲੇਜਾ ਦਿੰਦੀ ਪਾੜ ਨਹੀਂ। ਉਹ ਸੋਹਣੇ ਤੇ ਸੁਨੱਖਿਆਂ ਦਾ ਖੂਨ ਦਿੰਦੀ ਸਾੜ ਨਹੀਂ, ਲੱਤ ਲੱਗ ਜਾਏ ਤਾਂ ਕਲੇਜਾ ਦਿੰਦੀ ਪਾੜ ਨਹੀਂ। ਗੋਰੇ ਚਿੱਟੇ ਗੱਭਰੂ ਇਹ ਕਰਦੀ ਬਲੈਕ ਨਹੀਂ, ਉਹ ਜਦੋਂ ਦੀ ਪੰਜਾਬ ਵਿੱਚ ਵੜ ਗਈ ਸਮੈਕ ਨਹੀਂ। ਅਤੇ ਚਿੱਟਾ ਚਿੱਟਾ ਕਹਿੰਦੇ ਜਦੋਂ ਨਾਮ ਚਿੱਟਾ ਪੈ ਗਿਆ, ਪੰਜਾਬ ਦਾ ਤਾਂ ਸਮਝੋ ਪੱਠਾ ਉਦੋਂ ਬਹਿ ਗਿਆ। ਚਿੱਟਾ ਚਿੱਟਾ ਕਹਿੰਦੇ ਜਦੋਂ ਨਾਂ ਚਿੱਟਾ ਪੈ ਗਿਆ, ਉਦੋਂ ਦਾ ਪੰਜਾਬ ਦਾ ਤਾਂ ਪੱਠਾ ਬਸ ਬਹਿ ਗਿਆ। ਅਤੇ ਸਿਆਸਤਾਂ ਦੇ ਲੋਭੀਆਂ ਨੇ ਕੀਤੀਆਂ ਸਿਆਸਤਾਂ, ਹਜੇ ਹੋਰ ਦੱਸਣੀ ਮੈਂ ਚਿੱਟੇ ਵਾਲੀ ਦਾਸਤਾਂ।
ਪੰਜਾਬ ਦੀ ਜਵਾਨੀ ਉੱਤੇ ਹੋ ਗਿਆ ਅਟੈਕ ਨਹੀਂ, ਉਹ ਜਦੋਂ ਦੀ ਪੰਜਾਬ ਵਿੱਚ ਵੜ ਗਈ ਸਮੈਕ ਨਹੀਂ। ਤੇ ਆਖਦੇ ਨੇ ਵੀ ਕਈ ਘਰ ਐਸੇ ਹੈਗੇ ਨੇ ਬਾਰਡਰ ਏਰੀਆ ਦੇ ਲਾਗੇ ਜਿੱਥੇ ਪੂਰੇ ਘਰ ਸਿਰਫ ਲੇਡੀਜ਼ ਹੀ ਨੇ, ਤੇ ਜਿਹੜੇ ਮਰਦ ਨੇ ਉਹ ਖਤਮ ਹੀ ਹੋ ਚੁੱਕੇ ਨੇ ਨਸ਼ੇ ਦੇ ਵਿੱਚ ਵੀ। ਪੂਰੀ ਪੀੜ੍ਹੀ, ਦਾਦਾ ਵੀ ਚਲਾ ਗਿਆ, ਪੁੱਤ ਵੀ ਚਲਾ ਗਿਆ, ਪੋਤਰਾ ਵੀ ਚਲਾ ਗਿਆ। ਤੇ ਕਹਿੰਦੇ ਪੁੱਤ ਵੀ ਗਿਆ ਤੇ ਫਿਰ ਪੋਤਰਾ ਵੀ ਗਿਆ, ਨਸ਼ੇ ਦੇ ਚੱਕਰਾਂ 'ਚ ਦੋਤਰਾ ਵੀ ਗਿਆ। ਪੁੱਤ ਵੀ ਗਿਆ ਤੇ ਫਿਰ ਪੋਤਰਾ ਵੀ ਗਿਆ, ਨਸ਼ੇ ਦੇ ਚੱਕਰਾਂ 'ਚ ਦੋਤਰਾ ਵੀ ਗਿਆ, ਚਿੱਟੇ ਦੇ ਚੱਕਰਾਂ 'ਚ ਦੋਤਰਾ ਵੀ ਗਿਆ। ਉਹ ਪਿੰਡ ਦੇ ਜਵਾਨ ਮੁੱਕੀ ਜਾਂਦੇ ਨੇ ਤੇ ਨਸ਼ਾ ਪਤਾ ਕਰਕੇ ਤੇ ਖੁੰਝੇ ਲੁੱਕੀ ਜਾਂਦੇ ਨੇ। ਪੰਜਾਬ ਦੀ ਜਵਾਨੀ ਤੇ ਹੋ ਗਿਆ ਅਟੈਕ ਨਹੀਂ, ਜਵਾਨੀ ਸਾਡੀ ਫੜ ਲਿਆ ਗਲਤ ਟਰੈਕ ਨਹੀਂ, ਜਦੋਂ ਦੀ ਪੰਜਾਬ ਵਿੱਚ ਵੜ ਗਈ ਸਮੈਕ ਨਹੀਂ। ਤੇ ਕਹਿੰਦੇ ਵੀ ਕੈਸਾ ਇਹ ਜਵਾਨੀ ਵਿੱਚ ਪੈਰ ਪਾਉਣ ਲੱਗ ਪਈ, ਧੀ ਪੰਜਾਬ ਦੀ ਵੀ ਟੀਕੇ ਲਾਉਣ ਲੱਗ ਪਈ। ਕੈਸਾ ਇਹ ਜਵਾਨੀ ਵਿੱਚ ਪੈਰ ਪਾਉਣ ਲੱਗ ਪਈ, ਧੀ ਪੰਜਾਬ ਦੀ ਵੀ ਟੀਕੇ ਲਾਉਣ ਲੱਗ ਪਈ। ਜੇ ਧੀ ਪੁੱਤ ਮਰ ਗਏ ਜਵਾਨੀ ਵਿੱਚ ਸੱਜਣਾ, ਸਿਆਣਿਆਂ ਦੀ ਅਰਥੀ ਨੂੰ ਮੋਢਾ ਵੀ ਨਹੀਂ ਲੱਭਣਾ। ਉਹ ਵਕਤ ਸੰਭਾਲ ਕਦੇ ਆਂਦਾ ਕਦੇ ਬੈਕ ਨਹੀਂ, ਉਹ ਵਕਤ ਸੰਭਾਲ ਲਓ ਇਹ ਆਂਦਾ ਕਦੇ ਬੈਕ ਨਹੀਂ। ਉਹ ਜਦੋਂ ਦੀ ਪੰਜਾਬ ਵਿੱਚ ਵੜ ਗਈ ਸਮੈਕ ਨਹੀਂ। ਤੇ ਲਾਸ਼ ਵੇਖ ਪੁੱਤ ਦੀ ਤੇ ਮਾਂ ਕਰ ਲਾਉਂਦੀ। ਮੈਂ ਖੁਦ ਟੀਵੀ ਦੇ ਵਿੱਚ ਦੇਖਿਆ ਜਦੋਂ ਪਲਾਟ ਦੇ ਵਿੱਚ ਬੱਚੇ ਦੀ ਲਾਸ਼ ਵੀ ਤੇ ਉਹਦੀ ਮਾਂ ਪੁੱਬਾ ਮਾਰ ਕੇ ਰੋ ਰਹੀ ਸੀ, ਉਦੋਂ ਮੈਂ ਇਹ ਚੀਜ਼ ਲਿਖੀ ਸੀ ਵੀ ਲਾਸ਼ ਵੇਖ ਪੁੱਤ ਦੀ ਤੇ ਮਾਂ ਕਰ ਲਾਉਂਦੀ ਹੈ ਤੇ ਆਂਦਰਾਂ ਦੀ ਹਾ ਉਸ ਰੱਬ ਤੱਕ ਜਾਂਦੀ ਏ ਕਿ ਨਸ਼ਾ ਲਾਉਣ ਵਾਲੇ ਤੈਨੂੰ ਮਿਲੇ ਭੈੜੀ ਮੌਤ ਨਹੀਂ, ਮੌਤ ਮਿਲੇ ਭੈੜੀ ਕੰਮ, ਭੈੜਾ ਤੇਰਾ ਬਹੁਤ ਨਹੀਂ। ਸਮਝਾਏ ਜੋ ਸਿਆਣਾ ਉਹਨੂੰ ਕਹਿੰਦੇ ਆ ਕਰੈਕ ਨਹੀਂ। ਉਹ ਜਦੋਂ ਦੀ ਪੰਜਾਬ ਵਿੱਚ ਵੜ ਗਈ ਸਮੈਕ ਨਹੀਂ। ਤੇ ਰਾਜਨੀਤੀ ਨਾਲੋਂ ਸਾਰੇ ਉੱਚਾ ਹੁਣ ਸੋਚੀਏ। ਇਹਦਾ ਮੈਂ ਇੱਕ ਸੋਲੂਸ਼ਨ ਦੇਣ ਦੀ ਕੋਸ਼ਿਸ਼ ਕੀਤੀ ਹੈ, ਇਹਦਾ ਮੈਂ ਹੱਲ ਇੱਕ ਦੇਣ ਦੀ ਕੋਸ਼ਿਸ਼ ਕੀਤੀ ਹੈ ਵੀ ਰਾਜਨੀਤੀ ਨਾਲੋਂ ਆਪਾਂ ਇੱਕ ਦੂਜੇ ਤੇ ਹਮਲੇ ਕਰਨੇ ਬੰਦ ਕਰੀਏ ਤੇ ਰਾਜਨੀਤੀ ਨਾਲੋਂ ਹੁਣ ਉੱਚਾ ਉੱਠ ਸੋਚੀਏ ਤੇ ਸਾਰੇ ਰਲ ਮਿਲ ਕੇ ਤੇ ਬਲਾਂ ਇਹ ਰੋਕੀਏ। ਫਾਇਦਾ ਨੁਕਸਾਨ ਛੱਡ ਪੁੰਨ ਕਮਾ ਲਵੋ ਤੇ ਮੇਰੇ ਪੰਜਾਬ ਦੀ ਜਵਾਨੀ ਨੂੰ ਬਚਾ ਲਵੋ। ਤੇ ਜਿਵੇਂ ਤੁਹਾਡੇ ਪੁੱਤ ਨੇ, ਜਿਤਨੇ ਇਹ ਮੰਤਰੀਆਂ ਦੇ ਨੇਤਾਵਾਂ ਦੇ ਪੁੱਤ ਨੇ, ਉਵੇਂ ਤੁਹਾਡੇ ਲਾਲ ਨੇ। ਜਿਵੇਂ ਤੁਹਾਡੇ ਪੁੱਤ ਨੇ ਇਹ ਵੀ ਤੁਹਾਡੇ ਲਾਲ ਨੇ। ਮੁਲਕ ਦੇ ਲਈ ਬਣ ਸਕਦੇ ਮਿਸਾਲ ਨੇ। ਪਾਰਟੀਆਂ ਸਾਰੀਆਂ ਇੱਕ ਮੰਚ ਤੇ ਬਿਠਾ ਲਵੋ, ਉਹ ਮੇਰੇ ਪੰਜਾਬ ਦੀ ਜਵਾਨੀ ਨੂੰ ਬਚਾ ਲਵੋ, ਮੇਰੇ ਪੰਜਾਬ ਦੀ ਜਵਾਨੀ ਨੂੰ ਬਚਾ ਲਵੋ। ਬਹੁਤ ਬਹੁਤ ਧੰਨਵਾਦ। ਬਹੁਤ ਸੋਹਣਾ ਲਿਖਿਆ ਤੁਸੀਂ। ਕਿੰਨੇ ਸਾਲ ਪਹਿਲਾਂ ਲਿਖਿਆ ਸੀ? ਇਹ ਜੀ ਹਲੇ ਮੇਰੇ ਤਕਰੀਬਨ ਸ਼ਾਇਦ ਹੋਏ ਹੋਣਗੇ 1.5-2 ਸਾਲ ਪੁਰਾਣੀ ਗੱਲ ਹੈ ਜੀ। ਹਾਂਜੀ। ਅੱਜ ਪੰਜਾਬ ਦੇ ਹਾਲਾਤ ਦੇਖੀ, ਅੱਜ ਤੱਕ ਕਿਸਾਨੀ ਮੋਰਚਾ, ਅੱਜ ਨੌਜਵਾਨ ਤਾਂ ਬਾਰਡਰ ਤੋੜ ਕੇ ਦਿੱਲੀ ਚਲੇ ਗਏ ਨੇ। ਲੱਗਦਾ ਵੀ ਹੁਣ ਹਾਲਾਤ ਬਦਲ ਗਏ ਕਵਿਤਾ ਨਾਲੋਂ? ਜੀ ਦੇਖੋ ਇਸ ਤਰ੍ਹਾਂ ਹੈ ਵੀ ਜਦੋਂ ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ ਯੂਥ ਇਕੱਠਾ ਹੁੰਦਾ ਹੈ, ਗੱਲ ਜ਼ਰੂਰ ਹੈ। ਲੇਕਿਨ ਕਿਤੇ ਨਾ ਕਿਤੇ ਆਹ ਚੀਜ਼ਾਂ ਵੀ ਹੋਂਦ ਦੇ ਵਿੱਚ ਤਾਂ ਹੈ ਹੀ ਨੇ, ਖਤਮ ਤਾਂ ਪੂਰੀ ਤਰ੍ਹਾਂ ਨਾਲ ਹੋਈਆਂ ਨਹੀਂ। ਮੈਂ ਇਹ ਨਹੀਂ ਕਹਿੰਦਾ ਵੀ ਸਾਰੇ ਪੰਜਾਬ ਦੇ ਲੋਕ ਨਸ਼ੇੜੀ ਹੋ ਗਏ ਨੇ ਜਾਂ ਸਾਰੇ ਪੰਜਾਬ ਦੇ ਲੋਕ ਇਸ ਤਰ੍ਹਾਂ ਦੇ ਹੋ ਗਏ ਨੇ। ਦੇਖੋ ਤੁਸੀਂ ਜਿਹੜੇ ਆਪਣੇ ਘਰਾਂ ਚੋਂ ਨਿਕਲ ਕੇ ਉੱਥੇ ਇੰਨੇ ਚਿਰ ਤੋਂ ਬੈਠੇ ਹੋਏ ਨੇ, ਸੰਘਰਸ਼ ਕਰ ਰਹੇ ਨੇ, ਹੁਣ ਉਹ ਕੀ ਵਿਸ਼ੇ ਨੇ, ਕੀ ਤੱਥ ਨੇ, ਉਹਨਾਂ ਦੇ ਉੱਤੇ ਕੋਈ ਬੰਦਾ ਕਿੰਨਾ ਕੁ ਉਹਦੇ ਉੱਤੇ ਗੱਲ ਕਰਦਾ ਉਹ ਗੱਲ ਵੱਖਰੀ ਹੈ। ਲੇਕਿਨ ਉਹ ਕਰ ਰਹੇ ਨੇ ਕੁਛ ਨਾ ਕੁਛ ਆਪਣੇ, ਉਹਨਾਂ ਨੂੰ ਪਤਾ ਵੀ ਹਾਂ ਸਾਡੇ ਲਈ ਅਗਰ ਇਹ ਚੀਜ਼ ਗਲਤ ਹੈ ਤੇ ਉਹਦੇ ਵਾਸਤੇ ਉਹ ਖੜੇ ਨੇ ਉੱਥੇ। ਬਟ ਜਿਹੜੀ ਇਹ ਚੀਜ਼ ਹੈ ਇਹ ਵੀ ਕਿਤੇ ਨਾ ਕਿਤੇ ਹਾਲੇ ਹੋਂਦ ਦੇ ਵਿੱਚ ਤਾਂ ਹੈਗੀ। ਆਪਾਂ ਇਹ ਤਾਂ ਕਹਿ ਨਹੀਂ ਸਕਦੇ ਵੀ ਬਿਲਕੁਲ ਖਤਮ ਹੋ ਗਈ। ਤੇ ਉਦੋਂ ਇੱਕ ਚੀਜ਼ ਸੀਗੀ ਵੀ ਜਦੋਂ ਇਹ ਕਵਿਤਾਵਾਂ ਜਿਹੜੀਆਂ ਨੇ ਇਹ ਰਿਐਲਿਟੀ 'ਚੋਂ ਕਿਤੇ ਨਾ ਕਿਤੇ ਨਿਕਲ ਕੇ ਆਈਆਂ ਨੇ। ਜਦ ਮੈਂ ਉਹ ਚੀਜ਼ ਦੇਖੀ ਹੈ ਜਾਂ ਸੁਣੀ ਹੈ ਉਹਦੇ ਉੱਤੇ ਲਿਖੀ ਹੈ। ਤੇ ਅੱਜ ਵੀ ਜੇ ਕੋਈ ਦਾਅਵਾ ਕਰਦਾ ਹੈ ਤੇ ਬਹੁਤ ਚੰਗੀ ਗੱਲ ਹੈ ਵੀ ਅਗਰ ਉਹ ਪੂਰੀ ਤਰ੍ਹਾਂ ਨਾਲ ਖਤਮ ਹੋ ਗਿਆ ਤਾਂ। ਹੁਣ ਦੂਜੇ ਪਾਸੇ ਗੱਲ ਕਰੀਏ, ਤੁਸੀਂ ਜਿਵੇਂ ਕਵਿਤਾ ਲਿਖੀ, ਹੋਰ ਵੀ ਕਵਿਤਾਵਾਂ ਤੁਸੀਂ ਵਿਅੰਗ ਕੱਸੇ ਨੇ। ਮੈਂ ਜਿਵੇਂ ਪਹਿਲਾਂ ਜ਼ਿਕਰ ਕੀਤਾ ਸੀ, ਚਾਹੇ ਲੇਖਕ ਹੋਵੇ ਚਾਹੇ ਕਵੀ ਹੋਵੇ, ਆਪਣੇ ਸਮਾਜ ਵਿੱਚ ਜੋ ਵੀ ਹੋ ਰਿਹਾ ਉਹਨੂੰ ਕੋਸ਼ਿਸ਼ ਕਰਦਾ ਵੀ ਕਲਮ ਦੇ ਨਾਲ ਲਿਖ ਕੇ ਲੋਕਾਂ ਤੱਕ ਲੈ ਕੇ ਜਾਇਆ ਜਾਵੇ। ਹੁਣ ਮੇਰਾ ਸਵਾਲ ਹੈ ਕਿ ਤੁਸੀਂ 10 ਸਾਲ ਤੋਂ ਕਵਿਤਾ ਲਿਖਣੀਆਂ ਬੰਦ ਕਿਉਂ ਕਰਤੀਆਂ ਸੀ? ਇਹ ਦੇਖੋ ਇਸ ਤਰ੍ਹਾਂ ਜੀ, ਮੈਂ ਆਪਣਾ ਜੋ ਸਟੱਡੀ ਤੋਂ ਬਾਅਦ ਆਪਣੇ ਕੰਮਕਾਰ ਦੇ ਵਿੱਚ ਪੈ ਗਿਆ ਜਦੋਂ ਤਾਂ ਮੈਂ ਕਿਤੇ ਕਿਤੇ ਥੋੜ੍ਹਾ ਬਹੁਤ ਲਿਖਦਾ ਜ਼ਰੂਰ ਸੀ। ਲੇਕਿਨ ਇਸ ਤਰ੍ਹਾਂ ਸੀ ਵੀ ਮੈਂ ਲੁਧਿਆਣੇ ਜਿੱਦਾਂ ਵਸ ਗਿਆ ਆ ਕੇ, ਤਾਂ ਮੈਨੂੰ ਪਤਾ ਵੀ ਨਹੀਂ ਸੀ ਵੀ ਕੋਈ ਇਸ ਤਰ੍ਹਾਂ ਦੀਆਂ ਕੋਈ ਔਰਗਨਾਈਜੇਸ਼ਨਸ ਨੇ ਜਾਂ ਕੋਈ ਇਸ ਤਰ੍ਹਾਂ ਦੀਆਂ ਸੰਸਥਾਵਾਂ ਨੇ ਜਿਹੜੀਆਂ ਇੱਦਾਂ ਦੇ ਪ੍ਰੋਗਰਾਮ, ਕੋਈ ਕਵੀ ਸੰਮੇਲਨ ਜਾਂ ਕਵੀ ਗੋਸ਼ਟੀਆਂ ਜਿਹੜੀਆਂ ਹੁੰਦੀਆਂ ਨੇ, ਨਿਸ਼ਚਿਤ ਹੁੰਦੀਆਂ ਨੇ, ਉਹ ਕਰਵਾਉਂਦੀਆਂ ਨੇ। ਤਾਂ ਪਤਾ ਨਹੀਂ ਸੀ ਮੈਨੂੰ ਯਾਦ ਆ ਵੀ ਮੈਂ ਲਗਭਗ ਜੋ ਲਿਖਿਆ ਸੀ ਬੰਨ੍ਹ ਕੇ ਰੱਖਿਆ ਹੋਇਆ ਸੀ ਅਲੱਗ, ਵੀ ਹੁਣ ਇੱਦਾਂ ਕਰਨਾ ਨਹੀਂ ਕੁਛ। ਅਤੇ ਮੈਨੂੰ ਯਾਦ ਹੈ ਇੱਕ ਤਾਂ ਮੈਂ ਫੇਸਬੁੱਕ ਵੈਸੇ ਹੀ ਚਲਾ ਰਿਹਾ ਸੀ ਅਤੇ ਇੱਥੇ ਇੱਕ ਸੰਸਥਾ ਸੀ ਰੋਧਾਬਾ, ਉਹ ਸੰਦੀਪ ਦੱਤ ਜੀ ਨੇ ਉਹਦੇ ਪ੍ਰਧਾਨ ਨੇ। ਅਤੇ ਉਹਨਾਂ ਨੇ ਨਾ ਉਹਨਾਂ ਦੀ ਐਡ ਸੀਗੀ ਵੀ ਜਿਹੜਾ ਵੀ ਪੋਇਟਰੀ ਦੇ ਵਿੱਚ ਕੁਛ ਕਰਨਾ ਚਾਹੁੰਦਾ ਅਤੇ ਉਹ ਆ ਜਾਵੇ। ਤਾਂ ਮੈਨੂੰ ਯਾਦ ਆ ਵੀ 4 ਵਜੇ ਦਾ ਪ੍ਰੋਗਰਾਮ ਸੀ ਅਤੇ ਮੈਂ 2:30 ਵਜੇ ਪਹੁੰਚ ਗਿਆ ਸੀ ਜੀ ਉੱਥੇ। ਅਤੇ ਮੈਂ 2:30 ਵਜੇ ਉੱਥੇ ਪਹੁੰਚ ਗਿਆ ਅਤੇ ਉਹ ਪ੍ਰੋਗਰਾਮ ਅਕਸਰ ਥੋੜ੍ਹਾ ਲੇਟ ਹੀ ਸ਼ੁਰੂ ਹੁੰਦੇ ਨੇ ਜਦੋਂ ਸ਼ੁਰੂ ਹੋਏ। ਅਤੇ ਉੱਥੇ ਫਿਰ ਮੈਂ ਆਪਣੀ ਕਵਿਤਾ ਬੋਲੀ ਅਤੇ ਉੱਥੇ ਕਈ ਲੋਕਾਂ ਨੂੰ ਕਈਆਂ ਨੂੰ ਸਰੋਤਿਆਂ ਨੂੰ ਬੜੀ ਪਸੰਦ ਆਈ ਉਹ। ਅਤੇ ਫਿਰ ਮੈਨੂੰ ਯਾਦ ਆ ਵੀ ਉਸ ਤੋਂ ਬਾਅਦ ਮੇਰਾ ਜਿਹੜਾ ਸਫ਼ਰ ਜਿੱਦਾਂ ਚਾਲੂ ਹੋਇਆ, ਉਸ ਤੋਂ ਬਾਅਦ ਇੱਕ ਸਾਈਕਲ ਦੀ ਕਵਿਤਾ ਸੀਗੀ। ਫਿਰ ਨਾ ਇੱਥੇ ਇੱਕ ਕਵਿਤਾ ਕਥਾ ਕਾਰਵਾਂ ਸੰਸਥਾ, ਉਹਦੇ ਮੈਡਮ ਨੇ ਜਸਪ੍ਰੀਤ ਕੌਰ ਫਲਕ ਮੈਮ ਨੇ, ਉਹਨਾਂ ਨੇ ਪ੍ਰੋਗਰਾਮ ਕਰਾਉਂਦੇ ਰਹਿੰਦੇ ਨੇ। ਉੱਥੇ ਨਾ ਕਿਤਾਬ ਰਿਲੀਜ਼ ਹੋਣੀ ਸੀ ਜਸ ਕੋਹਲੀ ਜੀ ਦੀ, ਹਾਸ ਰਸ ਦੀ ਕਵਿਤਾ। ਅਤੇ ਸਾਡੇ ਪੰਜਾਬ ਦੇ ਬਹੁਤ ਅੱਛੇ ਸ਼ਾਇਰ ਨੇ ਰਜਿੰਦਰ ਰਾਜਨ ਸਾਹਿਬ,
ਉਹਨਾਂ ਨੇ ਵੀ ਮੈਨੂੰ ਕਿਤੇ ਰੁਦਾਬਾ ਦੇ ਵਿੱਚ ਸੁਣਿਆ ਸੀ, ਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਇਸ ਤਰ੍ਹਾਂ ਹੈ, ਤੇ ਤੁਸੀਂ ਜੇ ਚਾਹੋ ਤੇ ਤੁਸੀਂ ਉੱਥੇ ਕਵਿਤਾ ਬੋਲ ਸਕਦੇ ਹੋ। ਮੈਂ ਕਿਹਾ ਜੀ ਮੈਂ ਪਹੁੰਚ ਜਾਵਾਂਗਾ। ਤੇ ਉਹ ਉਹਨਾਂ ਦੇ ਕਹਿਣ ਦੇ ਉੱਤੇ ਉਹਨਾਂ ਨੇ ਮੈਨੂੰ ਉੱਥੇ ਬੁਲਾਇਆ, ਤੇ ਜਦੋਂ ਉਹਨਾਂ ਨੇ ਉੱਥੇ ਬੁਲਾਇਆ ਤੇ ਉੱਥੇ ਮੈਂ ਸਾਈਕਲ ਕਵਿਤਾ ਪੜ੍ਹੀ, ਤੇ ਉਹ ਬੜੀ ਉੱਥੇ ਲੋਕਾਂ ਸਰੋਤਿਆਂ ਨੂੰ ਪਸੰਦ ਆਈ। ਫਿਰ ਉੱਥੋਂ ਕਈ ਲੋਕਾਂ ਨੂੰ ਜਦੋਂ ਪਸੰਦ ਆਉਂਦੀ ਤਾਂ ਕਈ ਉੱਥੋਂ ਨੰਬਰ ਤੁਹਾਡਾ ਲੈ ਲੈਂਦੇ ਨੇ, ਫਿਰ ਕਿਤੇ ਹੋਰ ਪ੍ਰੋਗਰਾਮ ਹੁੰਦਾ ਤੇ ਗਾਂਹ ਸੱਦ ਲੈਂਦੇ ਨੇ। ਉਹ ਇਸ ਤਰ੍ਹਾਂ ਹੀ ਨਾ ਫਿਰ ਇੱਕ ਸਫ਼ਰ ਚੱਲਣਾ ਸ਼ੁਰੂ ਹੋ ਗਿਆ ਦੁਬਾਰਾ ਤੋਂ, ਜਿਹੜਾ ਮੇਰਾ ਇੱਕ ਜਿਹਨੂੰ ਅਸੀਂ ਕਹਿੰਦੇ ਹਾਂ ਵੀ ਉਹ ਰੁਕਿਆ, ਤਾਂ ਕੋਈ ਨਾ ਕੋਈ ਅਸੀਂ ਕਹਿ ਦਿੰਦੇ ਹਾਂ ਵੀ ਰੱਬ ਹੀ ਕੋਈ ਨਾ ਕੋਈ ਜਿੱਦਾਂ ਕੋਈ ਵਿਅਕਤੀ ਦੇ ਦਿਮਾਗ 'ਚ ਗੱਲ ਆਉਂਦੀ ਚੱਲ ਇਹਨੂੰ ਬੁਲਾ ਲਈ, ਤਾਂ ਮੈਨੂੰ ਲੱਗਦਾ ਵੀ ਉਹ ਪ੍ਰਮਾਤਮਾ ਹੀ ਕਿਤੇ ਨਾ ਕਿਤੇ ਤੁਹਾਡੇ ਲਈ ਉਹ ਸਿਸਟਮ ਖੜਾ ਕਰ ਦਿੰਦਾ ਹੈ ਜੀ। ਸਾਈਕਲ ਕਵਿਤਾ ਤੁਸੀਂ ਜ਼ਿਕਰ ਕਰ ਰਹੇ ਹੋ, ਕਿੱਦਾਂ ਤੁਸੀਂ ਉੱਥੇ ਸੁਣਾਈ ਤੇ ਲੋਕਾਂ ਦਾ ਕੀ ਰਿਐਕਟ ਸੀ? ਉਹ ਦੁਬਾਰਾ ਤੁਸੀਂ ਸੁਣਾਓ ਭਾਜੀ। ਹਾਂਜੀ ਜੀ ਬਿਲਕੁਲ। ਇਸ ਤਰ੍ਹਾਂ ਵੀ ਜਦੋਂ ਗੱਲ ਅਸੀਂ ਕਰਦੇ ਹਾਂ, ਜਦੋਂ ਅਸੀਂ ਕੁਝ ਪੁਰਾਣੇ ਸਮੇਂ ਦੇ ਵਿੱਚ ਚਲੇ ਜਾਂਦੇ ਹਾਂ, ਜਦੋਂ ਨਾ ਸਾਈਕਲ ਕਿਸੇ ਬੰਦੇ ਕੋਲ ਹੁੰਦਾ ਸੀ, ਜਿਹਦੇ ਕੋਲ ਸਾਈਕਲ ਹੁੰਦਾ ਸੀ ਨਾ, ਉਹ ਪਿੰਡ ਦਾ ਮੋਹਤਬਰ ਬੰਦਾ ਗਿਣਿਆ ਜਾਂਦਾ ਸੀ ਵੀ ਇਹਨਾਂ ਨੇ ਸਾਈਕਲ ਰੱਖਿਆ ਹੋਇਆ। ਉਹਦੀ ਬੜੀ ਗੱਲਬਾਤ ਹੁੰਦੀ ਸੀ। ਜਦੋਂ ਕੋਈ ਸਾਧਨ ਨਹੀਂ ਸੀ ਸਾਡੇ ਲਈ ਜਾਣ ਦਾ, ਜਦੋਂ ਲੋਕ ਸਾਈਕਲ ਵਾਲੇ ਬੰਦੇ ਨੂੰ ਬੜਾ ਉੱਚਾ ਤੇ ਮੋਹਤਬਰ ਬੰਦਾ ਮੰਨਦੇ ਸੀ। ਤੇ ਹੌਲੀ ਹੌਲੀ ਉਹ ਬੰਦਾ ਜਿਹੜਾ ਹੈ ਜਦੋਂ ਆਧੁਨਿਕਤਾ ਵੱਲ ਆ ਜਾਂਦਾ ਵਾ, ਤੇ ਉਹ ਆਪਣੇ ਪੁਰਾਣੇ ਸਮੇਂ ਨੂੰ ਯਾਦ ਕਰਕੇ ਤੇ ਉੱਤੇ ਕਵਿਤਾ ਨਿਕਲ ਕੇ ਆਉਂਦੀ ਹੈ। ਵੀ ਲੋਕ ਨਾ ਕਈ ਵਾਰੀ ਕਿਆ ਹੁੰਦਾ, ਸਾਨੂੰ ਜਿਹਨਾਂ 'ਚ ਜਾਨ ਨਹੀਂ ਹੈਗੀ, ਕਿੱਦਾਂ ਅਸੀਂ ਦੇਖਦੇ ਕਿ ਕਈ ਵਾਰੀ ਪੁਰਾਣੇ ਬਜ਼ੁਰਗ ਸੰਦੂਕ ਨਾਲ ਹੀ ਮੋਹ ਪਾ ਲੈਂਦੇ ਨੇ ਵੀ ਯਾਰ ਮੈਂ ਆਹ ਨਹੀਂ ਵੇਚਣਾ, ਆਹ ਮਕਾਨ ਨਹੀਂ ਵੇਚਣਾ, ਮੈਂ ਇਹਦੇ 'ਚ ਮੇਰੀ ਰੂਹ ਵੱਸਦੀ ਹੈ ਨਾ, ਇਹਦੀਆਂ ਇੱਟਾਂ 'ਚ ਨਾਲ ਮੈਂ ਗੱਲਾਂ ਕਰਦਾ। ਇੱਦਾਂ ਹੀ ਉਹ ਜਦੋਂ ਇੱਕ ਬੰਦੇ ਨੂੰ ਆਪਣੇ ਉਸ ਸਾਈਕਲ ਦੇ ਨਾਲ ਵੀ ਕਿਤੇ ਨਾ ਕਿਤੇ ਪਿਆਰ ਹੋ ਜਾਂਦਾ ਵੀ ਉਹ ਜਦੋਂ ਨਵਾਂ ਆਇਆ ਸੀ ਤੇ ਉਹਨੇ ਉਹਦੇ ਨਾਲ ਇੰਨੇ ਸਾਲ ਹੰਡਾ ਲਏ। ਤੇ ਉਹਦੇ 'ਤੇ ਕਵਿਤਾ ਸੀਗੀ, ਮੈਂ ਇੱਕ ਮਿੰਟ, ਕਿ ਸਾਈਕਲ ਦੇ ਨਾਲ ਵੀ ਮੈਂ ਉਮਰ ਹੰਡਾ ਲਈ, ਲਾ ਕੇ ਤੇ ਸਟੈਂਡ ਚਾਬੀ ਜੇਬ ਵਿੱਚ ਪਾ ਲਈ। ਇਹ ਸਾਈਕਲ ਦੇ ਨਾਲ ਵੀ ਮੈਂ ਉਮਰ ਹੰਡਾ ਲਈ, ਲਾ ਕੇ ਤੇ ਸਟੈਂਡ ਚਾਬੀ ਜੇਬ ਵਿੱਚ ਪਾ ਲਈ। ਉਹ ਗੋਡਿਆਂ 'ਚ ਜਾਨ ਮੇਰੇ ਖੜੀ ਉਦੋਂ ਮੁੱਛ ਸੀ, ਉਹ ਗੋਡਿਆਂ 'ਚ ਜਾਨ ਮੇਰੇ ਖੜੀ ਉਦੋਂ ਮੁੱਛ ਸੀ। ਪੁੰਜੇ ਬਹਿ ਕੇ ਖਾਂਦੇ ਸੀ ਤੇ ਸਾਈਕਲ 'ਤੇ ਖੁਸ਼ ਸੀ। ਤੇ ਸਾਈਕਲ ਤਾਂ ਹੁੰਦਾ ਉਦੋਂ ਬੜਾ ਅਨਮੋਲ ਸੀ, ਸਾਰੇ ਪਿੰਡ ਵਿੱਚ ਇਹ ਕਿਸੇ ਕੋਲ ਸੀ। ਤੇ ਸਾਈਕਲ ਦੇ ਨਾਲ ਕਿਵੇਂ ਕਦਰਾਂ ਸੀ ਮੇਰੀਆਂ, ਇਹਦੇ ਨਾਲ ਜੁੜੀਆਂ ਉਹ ਸਦਰਾਂ ਸੀ ਮੇਰੀਆਂ। ਤੇ ਤੁਰਦਾ ਸੀ ਜਦੋਂ ਤਾਂ ਨਜ਼ਾਰਾ ਦਿੰਦਾ ਕਾਰ ਦਾ, ਸਾਰੇ ਪਿੰਡ ਵਿੱਚ ਇਹ ਲਿਸ਼ਕਾਂ ਸੀ ਮਾਰਦਾ। ਤੇ ਸਾਈਕਲ ਨਾ ਮੈਂ ਤੇ ਮੇਰੀ ਭਾਗਵਾਨ ਫੱਬਦੀ, ਸਾਈਕਲ ਨਾ ਮੈਂ ਤੇ ਮੇਰੀ ਭਾਗਵਾਨ ਫੱਬਦੀ। ਮੈਂ ਲੱਗਾ ਦੇਵਾਨੰਦ ਉਹ ਵਜੰਤੀ ਵਾਲਾ ਲੱਗਦੀ। ਤੇ ਬੜੇ ਸ਼ੌਂਕ ਨਾਲ ਉਹਨੂੰ ਪਿੱਛੇ ਸੀ ਬਿਠਾਈ ਦਾ, ਜਾ ਕੇ ਤੇ ਸਟੈਂਡ ਪਿੰਡ ਸਹੁਰਿਆਂ ਦੇ ਲਾਈ ਦਾ। ਤੇ ਸਹੁਰੇ ਪਿੰਡ ਅੱਖ ਸਾਡੇ ਦੋਹਾਂ ਤੇ ਟਿਕਾਈ ਸੀ, ਸਹੁਰੇ ਪਿੰਡ ਅੱਖ ਸਾਡੇ ਦੋਹਾਂ ਤੇ ਟਿਕਾਈ ਸੀ। ਸਾਈਕਲ ਤੇ ਮੈਂ ਦੋਵੇਂ ਪਿੰਡ ਦੇ ਜਵਾਈ ਸੀ। ਤੇ ਦਿਲ ਮੇਰਾ ਆਖੇ ਤੇਰੀ ਗੱਲਬਾਤ ਜੱਗਿਆ, ਉਹ ਜਿਵੇਂ ਹੋਵੇਂ ਪਟਵਾਰੀ ਤਹਿਸੀਲ ਵਿੱਚ ਲੱਗਿਆ। ਤੇ ਸਾਲਿਆਂ ਨੂੰ ਦੱਸਿਆ ਇਹ ਹੁਕਮ ਜਵਾਈ ਦਾ, ਉਹ ਸਾਈਕਲ ਨੂੰ ਗੰਦਾ ਥਿੰਦਾ ਹੱਥ ਵੀ ਨਹੀਂ ਲਾਈਦਾ। ਬੜੇ ਭਾਈ ਅਥਰੇ ਨਿਆਣੇ ਇੱਥੇ ਵਾਰਦੇ, ਦੇਖ ਲਈ ਕੋਈ ਅਥਰਾ ਚ ਰੀਟ ਹੀ ਨਾ ਮਾਰਦੇ। ਤੇ ਕੁੱਪੀ ਲੈ ਕੇ ਤੇਲ ਦੀ ਤੇ ਮਾਲਸ਼ ਕਰਾ ਦਿਓ, ਉਹ ਰਵਾਂ ਕਰ ਇਹਨੂੰ ਪੁੱਠਾ ਪੈਡਲ ਘੁਮਾ ਦਿਓ। ਉਹ ਥੱਕ ਗਿਆ ਹੋਣਾ, ਇਹ ਵੀ ਰੱਬ ਨੇ ਬਣਾਇਆ ਏ, ਉਹ ਭੈਣ ਨੂੰ ਤੁਹਾਡੀ ਪਿੰਡੋਂ ਲੱਦ ਕੇ ਲਿਆਇਆ ਏ। ਤੇ ਸ਼ਰੀਕ ਸੜੀ ਜਾਂਦੇ, ਕਹਿੰਦੇ ਲੱਭੋ ਕੋਈ ਤੋੜ ਜੀ, ਉਹ ਬੁੜੀਆਂ ਦੇ ਢਿੱਡ ਵਿੱਚ ਪੈ ਗਿਆ ਮਰੋੜ ਜੀ। ਉਹ ਸ਼ਰੀਕ ਸੜੀ ਜਾਂਦੇ, ਕਹਿੰਦੇ ਲੱਭੋ ਕੋਈ ਤੋੜ ਜੀ, ਉਹ ਬੁੜੀਆਂ ਦੇ ਢਿੱਡ ਵਿੱਚ ਪੈ ਗਿਆ ਰੋੜ ਜੀ। ਕਹਿੰਦੇ ਤੋੜਿਆ ਸੀ ਰਿਸ਼ਤਾ ਕਰਾ ਕਿਹਨੇ ਦਿੱਤਾ ਏ, ਤੇ ਚਾਵੇਂ ਜੇ ਨੂੰ ਸਾਈਕਲ ਫੜਾ ਕਿਹਨੇ ਦਿੱਤਾ ਏ। ਤੇ ਮੋਤਬਰ ਬੰਦਿਆਂ ਨੂੰ ਪਿੱਛੇ ਹੀ ਨਾ ਲਾ ਲਵੇ, ਉਹ ਵੇਖੀ ਕਿਤੇ ਹੱਥ ਸਰਪੰਚੀ ਨੂੰ ਨਾ ਪਾ ਲਵੇ। ਤੇ ਜੱਗੇ ਨੂੰ ਕੀ ਪਤਾ ਉਹਦਾ ਕੀ ਇਹ ਵਾਸਤਾ, ਭੋਲਿਆਂ ਦੇ ਕੋਲੋਂ ਕੋਹਾਂ ਦੂਰ ਨੇ ਸਿਆਸਤਾਂ। ਉਹ ਪੰਪ ਮਾਰ ਹਵਾ ਫੁੱਲ ਕਰਵਾਈ ਦੀ, ਤੇ ਟਾਇਰ ਦੀ ਗੁੱਲੀ ਉੱਤੇ ਸਾਈਕਲ ਭਜਾਈ ਦੀ। ਤੇ ਮਾਰਾਂ ਜੋ ਬਰੇਕ ਇਹ ਮਿੱਟੀ ਨੂੰ ਉਡਾਉਂਦਾ ਏ, ਮੇਰੇ ਨਾਲ ਗੀਤ ਇਹ ਯਮਲੇ ਦੇ ਗਾਉਂਦਾ ਏ। ਤੇ ਘੰਟੀ ਜਦ ਮਾਰਾਂ ਲੋਕੀ ਰਾਹ ਛੱਡ ਦਿੰਦੇ ਨੇ, ਉਹ ਭਾਵੇਂ ਮੇਰੇ ਜਾਣ ਪਿੱਛੋਂ ਗਾਲ ਕੱਢ ਦਿੰਦੇ ਨੇ। ਕਿ ਬਹੁਤਾ ਬਣਿਆ ਫਿਰਦਾ ਏ ਨਾ ਚੱਜ ਝੱਗਾ ਪਾਣ ਦਾ, ਉਹ ਭੁੱਖਿਆਂ ਦਾ ਟੱਬਰ ਹੈ, ਇਹਨਾਂ ਨੂੰ ਮੈਂ ਜਾਣਦਾ। ਉਹ ਸੜੀ ਜਾਂਦੇ ਹੌਂਕੇ ਨੇ ਭਰਦੇ, ਸਾਈਕਲ ਤੇ ਮੇਰੀਆਂ ਨੇ ਚੁਗਲੀਆਂ ਕਰਦੇ। ਤੇ ਕਈ ਚਿਰ ਲੰਘੇ, ਫਿਰ ਗੂੰਜੀਆਂ ਕਿਲਕਾਰੀਆਂ, ਤੇ ਵਕਤ ਨੇ ਵੇਖੋ ਕਿਵੇਂ ਮਾਰੀਆਂ ਉਡਾਰੀਆਂ। ਤੇ ਅੱਜ ਮੇਰੇ ਨੇ ਨਿਆਣੇ ਤੇ ਕੱਲ੍ਹ ਮੈਂ ਨਿਆਣਾ ਸੀ, ਤੇ ਸਾਈਕਲ ਵੀ ਹੌਲੀ ਹੌਲੀ ਹੋ ਗਿਆ ਪੁਰਾਣਾ ਸੀ। ਅੱਜ ਮੇਰੇ ਨੇ ਨਿਆਣੇ ਤੇ ਕੱਲ੍ਹ ਮੈਂ ਨਿਆਣਾ ਸੀ, ਸਾਈਕਲ ਵੀ ਹੌਲੀ ਹੌਲੀ ਹੋ ਗਿਆ ਪੁਰਾਣਾ ਸੀ। ਤੇ ਲੱਥ ਜਾਵੇ ਚੇਨ ਤੇ ਚੜਾਉਣਾ ਬੜਾ ਔਖਾ ਏ, ਉਹ ਸਾਈਕਲ ਨੂੰ ਚੇਨ ਨੂੰ ਚੜਾਉਣਾ ਬੜਾ ਔਖਾ ਏ। ਉਹ ਬੁੱਢੜੀ ਬਿਠਾ ਕੇ ਤੇ ਚਲਾਉਣਾ ਬੜਾ ਔਖਾ ਏ। ਤੇ ਜੰਗਾਲ ਲੱਗੀ ਚੇਨ ਇਹਦੀ ਹੁਣ ਸੁੱਕੀ ਪਈ ਏ, ਤੇ ਗੋਡਿਆਂ ਦੇ ਮੇਰੇ ਵੀ ਗਰੀਸ ਮੁੱਕੀ ਪਈ ਏ। ਤੇ ਬੱਚੇ ਹੁਣ ਕਹਿੰਦੇ ਨੇ ਜ਼ਮਾਨਾ ਮੋਟਰ ਕਾਰ ਦਾ, ਛੱਡ ਬਾਪੂ ਸਾਈਕਲ, ਇਹ ਸਾਈਕਲ ਕਬਾੜ ਦਾ। ਉਹਨਾਂ ਨੂੰ ਕੀ ਪਤਾ ਸਾਡੀ ਸਾਂਝ ਪੁਰਾਣੀ ਏ। ਗੱਲ ਸੁਣ ਆਇਆ ਮੇਰੀ ਅੱਖਾਂ ਵਿੱਚ ਪਾਣੀ ਏ, ਕਿ ਇਸ ਘਰ ਵਿੱਚ ਬਸ ਇਹੀ ਮੇਰੇ ਹਾਣ ਦਾ, ਬੁੱਢੜੀ ਦੇ ਪਿੱਛੋਂ ਸਾਰੇ ਦੁੱਖ ਸੁੱਖ ਜਾਣਦਾ।
ਤੇ ਮੈਨੂੰ ਜਾਪੇ ਜਿਵੇਂ ਇਹਦੇ ਵਿੱਚ ਇਨਸਾਨ ਹੈ, ਮੇਰੇ ਨਾਲ ਖੁਸ਼ ਮੈਨੂੰ ਵੇਖ ਕੇ ਜਵਾਨ ਹੈ, ਤੇ ਇੱਕ ਦਿਨ ਬੋਲੇਗਾ ਤੇ ਰੋਏਗਾ ਵੀ ਰੱਜ ਕੇ, ਮੇਰੇ ਪਿੱਛੇ ਜਾਨ ਦੇ ਦੂ ਕੰਧਾਂ ਵਿੱਚ ਵੱਜ ਕੇ। ਤੇ ਬੱਚਿਓ ਮਾਂ ਤੁਹਾਡੀ ਵਾਂਗੂ ਹੋਣਾ ਮੈਂ ਵੀ ਤਾਂ ਸਵਾਹ ਏ, ਉਹਦੇ ਮੇਰੇ ਪਿਆਰ ਦਾ ਇਹ ਸਾਈਕਲ ਗਵਾਹ ਏ, ਤੇ ਕਵਾੜ ਇਹਨੂੰ ਆਖਣਾ ਤਾਂ ਸਿਰੇ ਦੀ ਨਦਾਨੀ ਏ, ਉਹ ਕੱਲ ਨੂੰ ਕੋ ਪੁੱਛੇ ਕਹਿ ਦੀ ਬਾਪੂ ਦੀ ਨਿਸ਼ਾਨੀ ਏ, ਕੱਲ ਨੂੰ ਕੋ ਪੁੱਛੇ ਕਹਿ ਦੀ ਬਾਪੂ ਦੀ ਨਿਸ਼ਾਨੀ ਏ। ਬਹੁਤ ਸੋਹਣਾ ਤੁਸੀਂ ਇੱਕ ਹੋਰ ਵੀ ਜ਼ਿਕਰ ਕਰ ਰਹੇ ਸੀ ਪੀਜੇ 버ਗਰ ਵਾਲਾ, ਵੀ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਫਾਸਟ ਫੂਡ ਖਾ ਕੇ ਤਾਂ ਭਲਵਾਨ ਬਣਨਾ ਚਾਹੁੰਦੇ ਹੋ। ਹਾਂਜੀ ਜੀ, ਉਹ ਕਵਿਤਾ ਇੱਕ ਹਿੰਦੀ ਦੇ ਵਿੱਚ ਕਵਿਤਾ ਸੀ, ਉਹਦੀ ਜਿਹੜੀ ਜਿਸ ਤਰ੍ਹਾਂ ਦੀ ਅੱਜ ਦੀ ਡੇਟ 'ਚ ਸਾਡੀ ਜੀਵਨ ਸ਼ੈਲੀ ਹੋ ਗਈ ਹੈ, ਉਹਦੇ ਉੱਤੇ ਕਵਿਤਾ ਹੈ ਕਿ माँ के हाथों की छाछ छोड़कर पेप्सी कोला पिए जाते हो, माँ के हाथों की छाछ छोड़कर पेप्सी कोला पिए जाते हो, वो पिज़्ज़े बर्गर खा के लंबी उम्र भी जीना चाहते हो, फिट भी रहना चाहते हो पर चलने से डरते हो, निरोग भी रहना चाहते हो पर योग कहाँ तुम करते हो, वो बीपी हो गया शुगर हो गई ऐसे दर्द सुनाते हो, अरे पिज़्ज़े बर्गर खा के लंबी उम्र भी जीना चाहते हो। रेडीमेड तुमको भाता है, स्वेटर कहाँ तुम बुनते हो, रेडीमेड तुमको भाता है, स्वेटर कहाँ तुम बुनते हो, अरे रफ़ी साहब को छोड़कर तुम यो 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 सुनते हो। रेडीमेड तुमको भाता है, स्वेटर कहाँ तुम बुनते हो, रफ़ी साहब को छोड़कर तुम यो 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 सुनते हो, और आयुर्वेद के नुस्खे छोड़ एलोपैथी अपनाते हो, और पिज़्ज़े बर्गर खा के लंबी उम्र भी जीना चाहते हो। और माता पिता खुद को बच्चों से मॉम डैड कहलवाते हैं, अब खुद बच्चों को अंग्रेजी वाल पाते, बेटा मॉम बोलना, बेटा पॉप बोलना, डैड बोलना, मम्मी डैडी नहीं, मम्मी पापा नहीं कहना या बापू जी नहीं कहना, है ना। तो वो कहते माता पिता खुद को बच्चों से मॉम डैड कहलवाते हैं, और रामलीला को छोड़ के पीवीआर में दिल बहलाते हैं, फल फ्रूट हरी सब्जियां छोड़ दी तुम विटामिनों के कैप्सूल खाते हो, अरे पिज़्ज़े बर्गर खा के लंबी उम्र भी जीना चाहते हो। और चरण वंदना लुप्त हुआ अब हाय हाय करते रहते हैं, चरण वंदना लुप्त हुआ अब हाय हाय करते रहते हैं, और बुल्ले शाह के पाक इश्क को लव यू कहते हैं, पीपल की ठंडी छाँव छोड़ दी अब एसी में सो जाते हो, और पिज़्ज़े बर्गर खा के लंबी उम्र भी जीना चाहते हो। और देसी घी को खाने वाले पहलवान कहाँ मिलते हैं, बताओ दारा सिंह जैसे अब चेहरे किसके खिलते हैं, जिम में जाके पाउडर खा के अपने मसल बनाते हो, पिज़्ज़े बर्गर खा के लंबी उम्र भी जीना चाहते हैं। और घर के बने हुए मक्खन से तुमको नफरत इतनी है, विदेशी कंपनी के चिप्सों में बता दो ताकत कितनी है, पेप्सी कोला कट कट करके मिनटों में पी जाते हो, पिज़्ज़े बर्गर खा के लंबी उम्र भी जीना चाहते हो। वो खाने पे बस जोर दिया और पचाना छोड़ दिया, खाने पे बस जोर दिया और पचाना छोड़ दिया, जोमेटो वाले दे जाते हैं आप बनाना छोड़ दिया, अजीनो मोटो डाल के नूडल बड़े चाव से खाते हो, पिज़्ज़े बर्गर खा के लंबी उम्र भी जीना चाहते हो। और इतनी भागम भाग में इंसान तू खुद को ही भूल गया, इतनी भागम भाग में इंसान तू खुद को ही भूल गया, ब्याज के पीछे भागा फिरता देख ले तेरा मूल गया, जुड़ा हुआ तू दुनिया से, अभी फेसबुक ना दुनिया से जुड़े हुए हैं, जुड़ा हुआ है दुनिया से कि खुद को तन्हा पाते हो, अरे पिज़्ज़े बर्गर खा के लंबी उम्र भी जीना चाहते हो। ਤੁਸੀਂ ਹੁਣ ਹੈਲਥ ਬਾਰੇ ਦੱਸਿਆ, ਸਿਹਤ ਬਾਰੇ, ਉਸ ਤੋਂ ਪਹਿਲਾਂ ਸਾਈਕਲ ਬਾਰੇ ਵੀ ਦੱਸਿਆ। ਵਿਅੰਗ ਜਿਵੇਂ ਤੁਸੀਂ ਕੱਸਦੇ ਹੋ, ਕਿੰਨੇ ਕੁ ਲੋਕ ਤੁਹਾਨੂੰ ਫੋਨ ਕਰ ਦਿੰਦੇ ਨੇ ਵੀ ਬਹੁਤ ਵਧੀਆ ਵਰਿੰਦਰ ਨੇ ਅੱਜ ਲਿਖਿਆ ਕਵਿਤਾ ਗਾਈ ਹੈ ਸਟੇਜ ਦੇ ਉੱਤੇ? ਜਦੋਂ ਮੇਰੀ ਜਦੋਂ ਕਵਿਤਾਵਾਂ ਵਾਇਰਲ ਹੋਈਆਂ ਉਦੋਂ ਮੈਨੂੰ ਬਹੁਤ ਦੂਰੋਂ ਦੂਰੋਂ ਫੋਨ ਆਏ, ਤੇ ਇੱਕ ਅਮਰੀਕਾ ਤੋਂ ਵੀ ਫੋਨ ਆਏ, ਇੱਕ ਮੇਰੇ ਬਹੁਤ ਅੱਛੇ ਕੁਝ ਸ਼ਾਇਰ ਦੋਸਤ ਜਿਹੜੇ ਸੀ ਪਾਕਿਸਤਾਨ ਦੇ ਵਿੱਚ, ਉਹਨਾਂ ਨੇ ਵੀ ਬੜਾ ਸਹਾਰਾਇਆ, ਬੜੀ ਉਹਨਾਂ ਨੇ ਮਤਲਬ ਹੁੰਗਾਰਾ ਦਿੱਤਾ ਵੀ ਹਾਂ ਬਹੁਤ ਵਧੀਆ ਲਿਖ ਰਹੇ ਹੋ। ਫਿਰ ਮੈਨੂੰ ਯਾਦ ਹੈ ਲਖਨਊ ਤੋਂ ਲੋਕਾਂ ਕੇ ਮਤਲਬ ਨੰਬਰ ਸਰਚ ਕਰ ਕਰਕੇ, ਦੇਹਰਾਦੂਨ ਤੋਂ ਉਹਨਾਂ ਨੇ ਨੰਬਰ ਸਰਚ ਕੀਤਾ ਮੇਰਾ, ਕਿਤੋਂ ਨਾ ਕਿਤੋਂ ਨੈੱਟ ਤੋਂ ਲੱਭਿਆ, ਲੱਭ ਕੇ ਮੈਨੂੰ ਕਾਲ ਕੀਤਾ। ਸਭ ਤੋਂ ਬੜੀ ਇਹ ਗੱਲ ਸੀ, ਲੱਭ ਕੇ ਵੀ ਇਹ ਕੌਣ ਸੀ ਬੰਦਾ, ਉਹਨੂੰ ਫੋਨ ਕਰਕੇ ਉਹਨੂੰ ਕਿਹਾ ਵੀ ਸਾਨੂੰ ਬਹੁਤ ਅੱਛਾ ਲਿਖਿਆ। ਫਿਰ ਕਈ ਲੋਕ ਸਲਾਹ ਵੀ ਦਿੰਦੇ ਨੇ, ਇੱਕ ਮੋਹੀ ਸਾਹਿਬ ਨੇ ਇੱਥੇ ਜਗਰਾਉਂ ਦੇ ਲਾਗੇ, ਉਹਨਾਂ ਨੇ ਮੈਨੂੰ ਕਿਹਾ, ਕਹਿੰਦੇ ਜੀ ਮੈਂ ਤੇਰੀ ਸ਼ਰਾਬੀ ਵਾਲੀ ਕਵਿਤਾ ਸੁਣੀ ਹੈ, ਤੇ ਤੂੰ ਨਾ ਇਹ ਹਿੰਦੀ 'ਚ ਵਿੱਚ ਬੋਲੀ ਹੈ, ਜੇ ਤੂੰ ਇਹਨੂੰ ਤਰਜਮਾ ਕਰਕੇ ਪੰਜਾਬੀ 'ਚ ਕਰੇ ਤਾਂ ਮੈਨੂੰ ਮਤਲਬ ਲੋਕ ਆਪਣੀ ਆਪਣੀ ਸਲਾਹ ਵੀ ਦਿੰਦੇ ਆ ਵੀ ਆਹ ਵਿਸ਼ੇ 'ਤੇ ਲਿਖੋ। ਹੁਣ ਜਿਹੜਾ ਲੋਕਡਾਊਨ ਸੀ, ਕਈ ਲੋਕ ਕਈ ਮਤਲਬ ਸਰੋਤੇ ਕਹਿੰਦੇ ਆ ਕਿ ਤੁਸੀਂ ਇਸ ਤਰ੍ਹਾਂ ਕਰੋ ਬਈ ਅੱਜ ਜਿਹੜੀ ਔਨਲਾਈਨ ਸਟੱਡੀ ਚੱਲ ਰਹੀ ਹੈ ਅੱਜ ਕੱਲ੍ਹ, ਔਨਲਾਈਨ ਕਲਾਸਾਂ ਕੰਪਿਊਟਰ, ਇਹਦੇ 'ਤੇ ਕੁਛ ਲਿਖੋ। ਤਾਂ ਪਰ ਇਸ ਤਰ੍ਹਾਂ ਮੈਂ ਉਹਨਾਂ ਨੂੰ ਜਵਾਬ ਇਸ ਲਈ ਨਹੀਂ ਦੇ ਪਾਉਂਦਾ ਕਿ ਮੈਨੂੰ ਐਂ ਲੱਗਦਾ ਵਾ ਵੀ ਮੈਂ ਜੇ ਮੈਨੂੰ ਕੋਈ ਕਹਿ ਦੇਣਾ ਵੀ ਆਹ ਟੌਪਿਕ 'ਤੇ ਇੱਦਾਂ ਲਿਖਦੇ ਕੁਛ, ਤੇ ਮੈਨੂੰ ਲੱਗਦਾ ਮੈਂ ਨਹੀਂ ਲਿਖ ਪਾਉਂਦਾ। ਮੈਨੂੰ ਐਂ ਲੱਗਦਾ ਵਾ ਵੀ ਇਹ ਪਰਮਾਤਮਾ ਹੀ ਹੈ, ਜੇ ਉਹ ਕੋਈ ਇੱਦਾਂ ਦਾ ਟੌਪਿਕ ਮੈਨੂੰ ਆਪਣੇ ਆਪ ਦਿੰਦਾ ਤਾਂ ਮੈਂ ਲਿਖ ਲੈਣਾ। ਜੇ ਮੈਂ ਚਾਹਾਂ ਵੀ ਅੱਜ ਮੈਂ ਆਹੀ ਟੌਪਿਕ 'ਤੇ ਲਿਖਾਂ ਤਾਂ ਮੇਰੇ 'ਤੇ ਨਹੀਂ ਲਿਖੂੰਦਾ, ਮੈਂ ਉਹ 'ਚ ਅਸਮਰਥ ਹਾਂ ਜੀ। ਅੱਛਾ, ਕਰੋਨਾ ਦਾ ਸਮਾਂ ਚੱਲਦਾ ਪਿਆ, ਕਰੋਨਾ ਦੇ ਤੁਸੀਂ ਕਵਿਤਾ ਲਿਖੀ ਸੀ ਜੋ ਬਹੁਤ ਹੀ ਲੋਕਾਂ ਨੇ ਸੁਣੀ ਵੀ, ਤੁਹਾਨੂੰ ਕਾਲ ਵੀ ਕੀਤੀ, ਬਹੁਤ ਵਧੀਆ ਲਿਖਿਆ। ਉਹ ਕਵਿਤਾ ਕਿਹੜੀ ਸੀ? ਇੱਕ ਤਾਂ ਕਰੋਨਾ ਦਾ ਇੰਟਰਵਿਊ ਸੀਗਾ ਜੀ, ਇੱਕ ਸੀਗਾ ਕਰੋਨਾ ਦੇ ਵਿੱਚ ਜਿਹੜੀ ਆਸ਼ਕੀ, ਉਹਦੇ 'ਤੇ ਕਵਿਤਾ ਲਿਖੀ ਸੀ। ਜਿਹੜੀ ਕਰੋਨਾ ਦਾ ਇੰਟਰਵਿਊ ਸੀਗਾ ਤੇ ਕਰੋਨਾ ਦੇ ਵਿੱਚ ਆਸ਼ਕੀ ਸੀਗੀ ਜੀ, ਉਹ ਸੀਗਾ ਵੀ
ਲੋਕਡਾਊਨ ਦੇ ਵਿੱਚ ਆਸ਼ਕੀ ਉਹ ਕੀ ਸੀ ਵੀ ਜਦੋਂ ਹੁਣ ਲੋਕੀ ਆਪਸ ਦੇ ਵਿੱਚ ਬੰਦ ਹੋ ਗਏ ਤੇ ਮੈਂ ਦੇਖਿਆ ਵੀ ਜਿਹੜੀ ਇਹਨਾਂ ਪ੍ਰੇਮੀ ਪ੍ਰੇਮਿਕਾਵਾਂ ਨੂੰ ਬੜੀ ਦਿੱਕਤ ਹੋਈ ਆਪਸ 'ਚ ਮਿਲਣ ਦੇ ਵਿੱਚ। ਤੇ ਉਹਦੇ ਉੱਤੇ ਫਿਰ ਕਵਿਤਾ ਨਿਕਲ ਕੇ ਆਈ ਹੈ ਵੀ ਪਹਿਲਾਂ ਕੁੜੀ ਆਪਣੇ ਪ੍ਰੇਮੀ ਨੂੰ ਕਹਿੰਦੀ ਮੂੰਹ ਵਿਖਾ ਜਾ ਸੱਜਣਾ ਤੇ ਠੰਡ ਕਲੇਜੇ ਪਾ ਜਾ ਸੱਜਣਾ। ਕੁੜੀ ਕਹਿੰਦੀ ਆਪਣੇ ਪ੍ਰੇਮੀ ਨੂੰ ਕਿ ਕਹਿੰਦੀ ਮੂੰਹ ਵਿਖਾ ਜਾ ਸੱਜਣਾ ਉਹ ਠੰਡ ਕਲੇਜੇ ਪਾ ਜਾ ਸੱਜਣਾ, ਤੂੰ ਮੇਰਾ ਬਿੱਟੂ ਤੂੰ ਮੇਰਾ ਚਿੰਟੂ ਤੂੰ ਮੇਰਾ ਬਾਬੂ ਸੋਨਾ ਏ, ਤੂੰ ਮੇਰਾ ਬਿੱਟੂ ਤੂੰ ਮੇਰਾ ਚਿੰਟੂ ਤੂੰ ਮੇਰਾ ਬਾਬੂ ਸੋਨਾ ਏ, ਮੈਨੂੰ ਤਾਂ ਇਹ ਕੈਦੋਂ ਜਾਪੇ ਲੋਕੀ ਕਹਿਣ ਕਰੋਨਾ ਏ। ਤੇ ਬਨੇਰੇ ਉੱਤੇ ਖੜੀ ਉੜੀਕਾਂ ਉਹ ਲੰਘ ਗਈਆਂ ਨੇ ਕਈ ਤਰੀਕਾਂ, ਉਹ ਬਨੇਰੇ ਉੱਤੇ ਖੜੀ ਉੜੀਕਾਂ ਲੰਘ ਗਈਆਂ ਨੇ ਕਈ ਤਰੀਕਾਂ, ਦੱਸ ਵੇ ਤੇਰਾ ਜੀ ਨਹੀਂ ਕਰਦਾ ਤੂੰ ਮੱਖਣ ਦਾ ਡੋਨਾ ਏ, ਉਹ ਮੈਨੂੰ ਤਾਂ ਇਹ ਕੈਦੋਂ ਜਾਪੇ ਲੋਕੀ ਕਹਿਣ ਕਰੋਨਾ ਏ। ਤੇ 20 ਵਾਰੀ ਹੱਥ ਧੋ ਲੈਨੀ ਆ 20 ਵਾਰੀ ਹੱਥ ਧੋ ਲੈਨੀ ਆ, ਖਾ ਪੀ ਕੇ ਤੇ ਸੋ ਲੈਨੀ ਆ, ਕੰਮ ਕਾਰ ਤਾਂ ਹੈ ਨਹੀਂ ਹੁਣ ਲੋਕਡਾਊਨ 'ਚ ਕੋਈ। ਤੇ 20 ਵਾਰੀ ਹੱਥ ਧੋ ਲੈਨੀ ਆ, ਖਾ ਪੀ ਕੇ ਤੇ ਸੋ ਲੈਨੀ ਆ, ਆਪਣੇ ਬਾਪੂ ਕੋਲੋਂ ਡਰਦੀ ਬੇਬੇ ਵੀ ਨਿਗਰਾਨੀ ਕਰਦੀ, ਹਾਏ ਵੇ ਤੇਰੀ ਯਾਦ ਸਤਾਵੇ ਖਾਲੀ ਦਿਲ ਦਾ ਕੋਨਾ ਏ, ਉਹ ਮੈਨੂੰ ਤਾਂ ਇਹ ਕੈਦੋਂ ਜਾਪੇ ਲੋਕੀ ਕਹਿਣ ਕਰੋਨਾ। ਤੇ ਮੁੰਡਾ ਫਿਰ ਅੱਗੋਂ ਜਵਾਬ ਦਿੰਦਾ ਹੈ, ਕਹਿੰਦਾ ਵੀ ਮੈਸੇਜ ਤੇਰਾ ਫੋਨ ਤੇ ਪੜਿਆ ਉਹ ਮਿਰਜ਼ਾ ਉਸੇ ਵੇਲੇ ਖੜਿਆ, ਉਹ ਮੈਸੇਜ ਤੇਰਾ ਫੋਨ ਤੇ ਪੜਿਆ ਮਿਰਜ਼ਾ ਉਸੇ ਵੇਲੇ ਖੜਿਆ, ਮੈਂ ਕਿਹਾ ਤੇਰਾ ਲਾਦਾ ਲਾਮਾ ਮਾਰਿਆ ਕੱਪੜਾ ਕੱਢਿਆ ਯਾਮਾ, ਉਹ ਖੋਰੇ ਕੀ ਇਹ ਹੋਣਾ ਕੱਲ ਨੂੰ ਤੁਰਿਆ ਤੇਰੇ ਮੁਹੱਲੇ ਵੱਲ ਨੂੰ ਤੇ ਮਾਰੀ ਬ੍ਰੇਕ ਜਦ ਮਨ ਲਲਚਾਇਆ, ਉਹ ਰਾਹ ਵਿੱਚ ਕਿਸੇ ਨੇ ਲੰਗਰ ਲਾਇਆ ਰਾਹ ਵਿੱਚ ਕਿਸੇ ਨੇ ਲੰਗਰ ਲਾਇਆ, ਉਹ ਤਾਜ਼ੀ ਸਬਜ਼ੀ ਚੀਰ ਬਣੀ ਸੀ, ਉਹ ਤਾਜ਼ੀ ਸਬਜ਼ੀ ਚੀਰ ਬਣੀ ਸੀ, ਪੂੜੀਆਂ ਦੇ ਨਾਲ ਖੀਰ ਬਣੀ ਸੀ, ਹੋ ਗਏ ਮੇਰੀ ਸਿਹਤ 'ਚ ਵਾਧੇ ਢੂਨੇ ਜਦ ਮੈਂ ਖੀਰ ਦੇ ਖਾਧੇ, ਤੇ ਜੋ ਮਹਾਰਾਜਾ ਰੱਥ ਤੇ ਚੜਿਆ ਤੇਰੇ ਮੈਂ ਮੁਹੱਲੇ ਵੜਿਆ, ਜੋ ਮਹਾਰਾਜਾ ਰੱਥ ਤੇ ਚੜਿਆ ਤੇਰੇ ਮੈਂ ਮੁਹੱਲੇ ਵੜਿਆ, ਤੇ ਪਤਾ ਹੁੰਦਾ ਮੈਂ ਰਿਸਕ ਨਾ ਲੈਂਦਾ, ਉਹ ਪਤਾ ਹੁੰਦਾ ਮੈਂ ਰਿਸਕ ਨਾ ਲੈਂਦਾ, ਘਰ ਤੇਰਾ ਰੈਡ ਜ਼ੋਨ 'ਚ ਪੈਂਦਾ। ਤੇ ਅੱਗੋਂ ਲੱਗਾ ਸੀ ਪੁਲਿਸ ਦਾ ਨਾਕਾ, ਫੜ ਲਿਆ ਕਹਿੰਦੇ ਆ ਜਾ ਕਾਕਾ, ਅੱਗੋਂ ਲੱਗਾ ਸੀ ਪੁਲਿਸ ਦਾ ਨਾਕਾ, ਫੜ ਲਿਆ ਕਹਿੰਦੇ ਆ ਜਾ ਕਾਕਾ, ਮਾਰੀਆਂ ਡਾਂਗਾ ਸਿਰੇ ਹੀ ਲਾਤੀ, ਲੱਤਾਂ ਗੋਡੇ ਤਸ਼ਰੀਫ ਸਜਾਤੀ, ਰੰਗ ਮੇਰਾ ਲਾਲ ਤੇ ਪੀਲਾ ਹੋਇਆ ਉਹ ਗਿੱਟਿਆਂ ਦਾ ਰੰਗ ਨੀਲਾ ਹੋਇਆ, ਰੰਗ ਮੇਰਾ ਲਾਲ ਤੇ ਪੀਲਾ ਹੋਇਆ ਗਿੱਟਿਆਂ ਦਾ ਰੰਗ ਲੀਲਾ ਹੋਇਆ, ਉਹ ਫੂਕ 'ਚ ਤੇਰੀ ਮੈਂ ਨਾ ਮੱਚਦਾ, ਉਹ ਲੱਗਦਾ ਅੱਜ ਨਹੀਂ ਮਿਰਜ਼ਾ ਬਚਦਾ, ਉਹ ਫੂਕ 'ਚ ਤੇਰੀ ਮਾਂ ਨਾ ਮੱਚਦਾ, ਉਹ ਲੱਗਦਾ ਅੱਜ ਨਹੀਂ ਮਿਰਜ਼ਾ ਬਚਦਾ, ਕੁੱਟ ਕੁੱਟ ਮੇਰੀ ਰੇਲ ਬਣਾਈ ਹੱਥ ਜੋੜ ਕੇ ਜਾਨ ਛੜਾਈ, ਤੇ ਹਾਲਾਤ ਹਜੇ ਤੱਕ ਆਏ ਨਹੀਂ ਕਾਬੂ, ਉਹ ਸੁੱਜਿਆ ਪਿਆ ਏ ਸੋਨਾ ਬਾਬੂ, ਉਹ ਟੁੱਟ ਗਿਆ ਮੱਖਣ ਦਾ ਡੋਨਾ, ਉਹ ਅੰਦਰ ਰਹਿ ਕਹੇ ਕਰੋਨਾ, ਅੰਦਰ ਰਹਿ ਕਹੇ ਕਰੋਨਾ। ਬਹੁਤ ਵਧੀਆ ਤੁਸੀਂ ਵੀ ਕਵਿਤਾ ਸੁਣਾਈਏ। ਹੁਣ ਮੇਰਾ ਇੱਕ ਸਵਾਲ ਹੋ ਰਿਹਾ ਕਿ ਹੁਣ ਵਰਿੰਦਰ ਨੇ ਜਿਸ ਤਰੀਕੇ ਨਾਲ ਪਹਿਲਾਂ ਬ੍ਰੇਕ ਲਿਆ 10 ਸਾਲ ਦਾ, ਹੁਣ ਸਫ਼ਰ ਸ਼ੁਰੂ ਰਹੇਗਾ ਸਾਈਕਲ ਵਾਂਗੂ, ਜਿੱਥੇ ਸਾਈਕਲ ਦੀ ਕਵਿਤਾ ਸੁਣਾਈ। ਹਾਂ ਜੀ ਬਿਲਕੁਲ ਜੀ, ਮੈਂ ਹੁਣ ਅੱਗੇ ਕੋਸ਼ਿਸ਼ ਕਰਾਂਗਾ ਕਿ ਕੋਸ਼ਿਸ਼ ਕੀ ਲਿਖਦਾ ਰਹਾਂਗਾ, ਔਰ ਤੁਹਾਨੂੰ ਕੋਸ਼ਿਸ਼ ਕਰਾਂਗਾ ਕਿ ਲੋਕ ਮਨੋਰੰਜਨ ਕਰਨ, ਲੋਕ ਖੁਸ਼ ਹੋਣ, ਲੋਕਾਂ ਨੂੰ ਹਸਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ ਜੀ ਮੈਂ। ਵਿਅੰਗ ਵੀ ਕੱਸਣੇ ਜਿਵੇਂ ਤੁਸੀਂ। ਹਾਂ, ਵਿਅੰਗ ਦੇ ਜ਼ਰੀਏ ਵਿਅੰਗ ਇੱਕ ਜ਼ਰੂਰੀ ਹੋ ਜਾਂਦਾ, ਕਿਉਂਕਿ ਵਿਅੰਗ ਦੇ ਜ਼ਰੀਏ ਹੀ ਤੁਸੀਂ ਗਲਤ ਕਿਸੇ ਸਿਸਟਮ ਨੂੰ ਸਹੀ ਕਰਨ ਦੀ ਦਿਸ਼ਾ ਦੇ ਵਿੱਚ ਆਪਣਾ ਕੁਝ ਯੋਗਦਾਨ ਕਰ ਸਕਦੇ ਹੋ। ਬਈ ਤੁਸੀਂ ਗੱਲ ਸਮਝਾਉਣ ਦੀ ਕੋਸ਼ਿਸ਼ ਕਰ ਸਕਦੇ ਹੋ, ਬਈ ਜਿਹੜੀਆਂ ਵੀ ਸਾਡੀਆਂ ਕੋਈ ਮਾੜੀਆਂ ਗੱਲਾਂ ਨੇ ਸਾਡੇ ਦੇਸ਼ ਦੀਆਂ ਜਾਂ ਕੁਝ, ਉਹਨਾਂ ਨੂੰ ਤੁਸੀਂ ਵਿਅੰਗ ਦੇ ਰਸਤੇ ਆਪਣਾ, ਕਵੀ ਦਾ ਕੰਮ ਹੀ ਇਹੀ ਹੈ ਵੀ ਉਸਨੂੰ ਇੱਕ ਸਹੀ ਤਰੀਕੇ ਨਾਲ ਹਸਾ ਕੇ ਵੀ ਆਪਾਂ ਲੋਕਾਂ ਦੇ ਸਾਹਮਣੇ ਕਰ ਦਈਏ। ਕਈ ਕਵਿਤਾ ਤੁਹਾਨੂੰ ਸ਼ਾਇਦ ਯਾਦ ਹੋਣਾ, ਮੈਂ ਨਾਂ ਤਾਂ ਨਹੀਂ ਲੈਣਾ ਚਾਹੁੰਦਾ, ਕਿ ਕਵੀ ਨੂੰ ਪੁਲਿਸ ਨੇ ਵੀ ਪਕੜ ਲਿਆ ਸੀ ਵੀ ਤੁਸੀਂ ਸਿਆਸਤਦਾਨਾਂ ਦੇ ਉੱਤੇ ਵਿਅੰਗ ਕੱਸੇ ਹੋਏ ਨੇ, ਤੁਹਾਨੂੰ ਸ਼ਾਇਦ ਯਾਦ ਵੀ ਹੋਊਗਾ ਜੀ। ਇਸ ਤਰ੍ਹਾਂ ਹੁੰਦਾ ਵਾ, ਤੇ ਮੈਂ ਤੁਹਾਨੂੰ ਇਹੀ ਗੱਲ ਕਹੀ ਵੀ ਸਿਆਸਤਦਾਨਾਂ ਦੇ ਨਾਲ ਇਹ ਹੈ ਵੀ ਤੁਸੀਂ ਜੇ ਗੱਲ ਕਹਿਣੀ ਹੈ ਤਾਂ ਤੁਸੀਂ ਆਪਣੇ ਤਰੀਕੇ ਨਾਲ ਤਾਂ ਕਹਿ ਸਕਦੇ ਹੋ, ਪਰ ਤੁਸੀਂ ਜੇ ਕਿਸੇ ਨੇ ਕਿਸੇ ਦਾ ਨਾਮ ਲੈ ਕੇ ਗੱਲ ਕਰਦਾ ਜਾਂ ਦੇਖੋ, ਅਸੀਂ ਇੱਕ ਗੱਲ ਹੋਰ ਹੈ, ਮੈਂ ਇੱਕ ਹੋਰ ਗੱਲ ਕਹਿੰਦਾ ਵਾਂ ਕਿ ਨਾ ਆਪਾਂ ਸਾਰੇ ਨਾ ਮੇਨਲੀ ਉੱਪਰਲੇ ਸਿਸਟਮ ਨੂੰ ਜ਼ਰੂਰ ਗਲਤ ਕਹਿੰਦੇ ਹਾਂ। ਸਭ ਤੋਂ ਪਹਿਲਾਂ ਤਾਂ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਵੀ ਮੈਂ ਆਪਣੇ ਆਪ 'ਚ ਕਿੰਨਾ ਕੁ ਇਮਾਨਦਾਰ ਹਾਂ, ਬਟ ਮੈਨੂੰ ਐਂ ਲੱਗਦਾ ਵੀ ਸਾਨੂੰ ਖੁਦ ਨੂੰ ਵੀ ਬਹੁਤ ਕੁਝ ਸਿੱਖਣਾ ਪਊਗਾ ਕਿ ਅਸੀਂ ਆਪਣੀ ਜ਼ਿੰਦਗੀ 'ਚ ਕਿੰਨੇ ਪੌਦੇ ਲਾ ਰਹੇ ਹਾਂ। ਅਸੀਂ ਲਗਾਇਆ ਸਾਰੀ ਜ਼ਿੰਦਗੀ 'ਚ, ਅਸੀਂ ਕਹਿੰਦੇ ਹਾਂ ਵੀ ਗੰਦਗੀ ਬਹੁਤ ਫੈਲੀ ਹੋਈ ਹੈ, ਅਸੀਂ ਜਦੋਂ ਮੂੰਗਫਲੀ ਖਾ ਰਹੇ ਹਾਂ ਤੇ ਉਹਦੇ ਛਿੱਲੜ ਡਸਟਬਿਨ 'ਚ ਸੁੱਟ ਰਹੇ ਹਾਂ, ਜਾਂ ਅਸੀਂ ਆਪਣੇ ਛਿੱਲੜ ਜਿਹੜੇ ਹੈ ਉਹ ਜਿੱਥੇ ਖਾ ਰਹੇ ਹਾਂ ਉੱਥੇ ਹੀ ਸੁੱਟ ਰਹੇ ਹਾਂ। ਜੇ ਅਸੀਂ ਕੇਲੇ ਖਾਧੇ ਨੇ ਤੇ ਅਸੀਂ ਉੱਥੇ ਸੁੱਟੇ ਆ, ਕਿਆ ਰੈੱਡ ਲਾਈਟ ਜੇ ਅਸੀਂ ਰੈੱਡ ਲਾਈਟ ਕ੍ਰਾਸ ਕਰਦੇ ਹਾਂ ਤੇ ਜੇ ਪੁਲਿਸ ਵਾਲਾ ਸਾਨੂੰ ਫੜ ਲੈਂਦਾ ਅਸੀਂ ਕਹਿੰਦੇ ਜੀ ਗੌਰਮੈਂਟ ਗਲਤ ਹੈ, ਪਰ ਗਲਤੀ ਤਾਂ ਆਪਾਂ ਕੀਤੀ ਹੈ ਕਿ ਮੈਂ ਕਹਿੰਦਾ ਜੀ ਮੈਨੂੰ ਤਾਂ ਕਦੇ ਨਹੀਂ ਪੁਲਿਸ ਵਾਲਿਆਂ ਨੇ ਫੜਿਆ। ਜੇ ਮੈਂ ਬੈਲਟ ਲਾਈ ਹੈ, ਮੇਰੇ ਕਾਗਜ਼ ਪੂਰੇ ਨੇ ਗੱਡੀ ਦੇ, ਤਾਂ ਪੁਲਿਸ ਤੁਹਾਨੂੰ ਕਿਉਂ ਫੜੇਗੀ ਜੀ? ਕਿਤੇ ਨਾ ਕਿਤੇ ਆਪਾਂ ਦੇਖੋ, ਕੁਛ ਨਾ ਕਿਤੇ ਤਾਂ ਅਸੀਂ ਵੀ ਜਦੋਂ ਗਲਤ ਹੁੰਦੇ ਹਾਂ ਫਿਰ ਅਸੀਂ ਕਹਿੰਦੇ ਜੀ ਅਸੀਂ ਗਲਤ ਤਾਂ ਕਰ ਲਿਆ, ਪਰ ਫਿਰ ਵੀ ਗੌਰਮੈਂਟ ਸਾਡੇ ਨਾਲ ਖੜੇ। ਇਹ ਵੀ ਕਿਤੇ ਨਾ ਕਿਤੇ ਗਲਤੀ। ਦੇਖੋ, ਗੌਰਮੈਂਟਾਂ ਆਪਣਾ ਕੰਮ ਕਰਦੀਆਂ ਨੇ। ਮੈਨੂੰ ਇਹ ਲੱਗਦਾ ਵਾ ਜੇ ਇੱਕ ਬੰਦਾ ਆਪਣਾ ਘਰ ਵੀ ਚਲਾ ਰਿਹਾ ਨਾ, ਗਲਤੀਆਂ ਉਹਦੇ 'ਚ ਵੀ ਕਰਦਾ, ਗੌਰਮੈਂਟ ਵੀ ਗਲਤੀਆਂ ਕਰਦੀ ਹੋਏਗੀ, ਗੌਰਮੈਂਟ ਵੀ ਗਲਤੀਆਂ ਕਰਦੀ, ਅਸੀਂ ਵੀ ਘਰ ਚਲਾਉਂਦੇ ਹਾਂ, ਸਾਡੇ ਕੋਲ ਵੀ 10 ਗਲਤੀਆਂ ਹੋ ਜਾਣਗੀਆਂ, ਲੇਕਿਨ ਸਾਡੀ ਨੀਤ ਸਹੀ ਹੋਣੀ ਚਾਹੀਦੀ ਹੈ।
ਜੇ ਕਿਸੇ ਮਿਨਿਸਟਰ ਦੀ ਜਾਂ ਕਿਸੇ ਨੇਤਾ ਦੀ ਨੀਤ ਸਹੀ ਨਹੀਂ ਹੈਗੀ ਫਿਰ ਉਹ ਗਲਤ ਹੈ, ਪਰ ਜੇ ਉਹਦੀ ਨੀਤ ਸਹੀ ਹੈ ਤੇ ਉਹਦੇ ਕੋਲ ਜੇ ਕਿਤੇ ਕੰਮ ਗਲਤ ਵੀ ਹੋ ਜਾਂਦਾ ਤਾਂ ਫਿਰ ਆਪਾਂ ਨੂੰ ਉਹ ਦੇਖਣਾ ਚਾਹੀਦਾ ਵੀ ਉਹ ਕੰਮ ਤਾਂ ਸਹੀ ਦਿਸ਼ਾ ਵੱਲ ਜਾ ਰਿਹਾ ਕਿ ਨਹੀਂ ਜਾ ਰਿਹਾ। ਇਦਾਂ ਹੀ ਅਸੀਂ ਦੇਖੀਏ ਵੀ ਅਸੀਂ ਆਪਣੇ ਪ੍ਰਤੀ ਕਿੰਨੇ ਇਮਾਨਦਾਰ ਹਾਂ। ਵੀ ਜੇ ਸਾਡੇ ਨਾਲ ਮੰਨ ਲਓ ਮੈਂ ਕਿਸੇ ਸੰਸਥਾ 'ਚ ਕੰਮ ਕਰਦਾ, ਜੇ ਮੇਰੇ ਕੋਲ 10 ਬੰਦੇ ਦਿਨ 'ਚ ਕੰਮ ਕਰਾਉਣ ਆਉਂਦੇ ਨੇ, ਕਿਆ ਉਹ ਖੁਸ਼ ਨੇ ਮੇਰੇ ਤੋਂ, ਜਾਂ ਉਹ ਇਹੀ ਕਹਿੰਦੇ ਨੇ ਯਾਰ ਇਹ ਬੰਦੇ ਨੂੰ ਮਿਲ ਕੇ ਤਾਂ ਮੂਡ ਖਰਾਬ ਹੀ ਹੋ ਜਾਂਦਾ, ਇਹ ਤਾਂ ਬਹਾਨੇਬਾਜ਼ੀ ਬਹੁਤ ਕਰਦਾ। ਕਿਆ ਅਸੀਂ ਆਪਣੇ ਕੰਮ ਦੇ ਪ੍ਰਤੀ ਇਮਾਨਦਾਰ ਹਾਂ? ਜੇ ਜੇ ਮੰਨ ਲਓ ਕਿ ਮੈਂ ਕੋਈ ਕਿਸੇ ਵੀ ਪ੍ਰੋਫੈਸ਼ਨ ਦੇ ਵਿੱਚ ਮੈਂ ਉਹਨੂੰ ਕਿੰਨੀ ਇਮਾਨਦਾਰੀ ਦੇ ਨਾਲ ਜਾਂ ਕਿੰਨੇ ਤਰੀਕੇ ਦੇ ਨਾਲ ਉਸ ਕੰਮ ਨੂੰ ਕਰ ਰਿਹਾ। ਇਹ ਵੀ ਹੋ ਜਾਂਦਾ ਵੀ ਜਦੋਂ ਕੋਈ ਵਿਅੰਗ ਕੱਸ ਰਿਹਾ ਸ਼ਾਇਦ ਸਮੱਸਿਆ ਵੀ ਹੋਣ ਲੱਗ ਪੈਂਦੀ ਹੈ, ਚਾਹੇ ਸਰਕਾਰ ਨੂੰ ਸਮੱਸਿਆ ਆਵੇ, ਕਿਸੇ ਹੋਰ ਨੂੰ ਵੀ। ਆਪਾਂ ਦੇਖਿਆ ਵੀ ਹੈ ਪਿਛਲੇ ਕਈ ਦਿਨਾਂ ਦੇ ਵਿੱਚ ਵੀ ਹੁੰਦੀ ਹੈ। ਆਵਾਜ਼ ਦਬਾਉਣ, ਜਿਹੜੀ ਆਵਾਜ਼ ਦਬਾਉਣ ਵਾਲਾ ਸਿਸਟਮ ਆ ਉਹ ਤਾਂ ਗਲਤ ਹੈ। ਦੇਖੋ ਹਰ ਬੰਦੇ ਨੂੰ ਜੇ ਉਹ ਆਪਣੀ ਗੱਲ ਨੂੰ ਗਲਤ ਸ਼ਬਦਾਵਲੀ ਨਾ ਲੈ ਕੇ ਸਹੀ ਤਰੀਕੇ ਨਾਲ ਰੱਖਣ ਦੀ ਕੋਸ਼ਿਸ਼ ਕਰ ਰਿਹਾ ਕਿ ਹਾਂ ਵੀ ਮੇਰੀ ਇਹ ਗੱਲ ਹੈ ਤੇ ਮੈਂ ਇਹ ਗੱਲ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ, ਫਿਰ ਅਗਰ ਉਹਨੂੰ ਦਬਾਇਆ ਜਾ ਰਿਹਾ ਉਹ ਤਾਂ ਫਿਰ ਠੀਕ ਹੈ, ਉਹ ਤਾਂ ਗਲਤ ਹੈ ਹੀ ਹੈ ਜੀ। ਜੇ ਤੁਹਾਡੀ ਸ਼ਬਦਾਵਲੀ ਵੀ ਠੀਕ ਹੈ, ਇੱਕ ਹੁੰਦਾ ਵਾ ਵੀ ਆਪਾਂ ਕਈ ਵਾਰੀ ਕਈ ਲੋਕ ਸੋਚਦੇ ਨੇ ਬੜੀ ਗੱਦੀ ਸ਼ਬਦਾਵਲੀ ਦੇ ਨਾਲ ਗੱਲ ਕਰਕੇ ਆਪਣੀ ਗੱਲ ਕਰਦੇ, ਆਪਾਂ ਸਹੀ ਤਰੀਕੇ ਦੇ ਨਾਲ ਸਹੀ ਪੈਟਰਨ 'ਚ ਆਪਣੀ ਗੱਲ ਰੱਖ ਰਹੇ ਹਾਂ ਕਿਸੇ ਦੇ ਸਾਹਮਣੇ, ਤਾਂ ਇਹਦਾ ਮਤਲਬ ਇਹ ਹੈ ਵੀ ਉਹ ਫਿਰ ਉਸ ਗੱਲ ਨੂੰ ਆਪਣੇ ਸੰਗਿਆਨ 'ਚ ਲਿਆਉਣਾ ਚਾਹੀਦਾ ਸਾਹਮਣੇ ਵਾਲੇ ਨੂੰ, ਨਾ ਕਿ ਉਹਨੂੰ ਦਬਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ, ਕਿਉਂਕਿ ਕਿਤੇ ਨਾ ਕਿਤੇ ਤਾਂ ਗੱਲ ਨਿਕਲੀ ਹੈ ਤਾਂ ਹੀ ਗੱਲ ਆਈ ਹੈ ਨਾ ਫੋਨ ਦੇ ਅੰਦਰ। ਤੁਸੀਂ ਸਾਰੀ ਗੱਲਬਾਤ ਸੁਣੀ ਹੈ, ਸਾਡੇ ਨਾਲ ਮੌਜੂਦ ਸਨ ਨਵਿੰਦਰ ਜਟਵਾਨੀ। ਤੁਸੀਂ ਸਾਰੀ ਗੱਲਬਾਤ ਜਦੋਂ ਸੁਣੀ, ਨਾਲ ਨਾਲ ਇਹਨਾਂ ਨੇ ਵਿਅੰਗ ਵੀ ਕਸੇ ਨੇ ਤੇ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਵੀ ਕੀਤੀ ਹੈ। ਜਿਵੇਂ ਮੈਂ ਇੱਕ ਸਵਾਲ ਕੀਤਾ ਸੀ ਕਿ ਜਦੋਂ ਵਿਅੰਗ ਕੱਸਿਆ ਜਾਂਦਾ ਤਾਂ ਸਰਕਾਰਾਂ ਵੀ ਕਵਿਤਾਵਾਂ ਦੇ ਵੀ ਪਿੱਛੇ ਪੈ ਜਾਂਦੀ ਹੈ ਤੇ ਕਵੀ ਦੇ ਪਿੱਛੇ ਹੀ ਪੈ ਜਾਂਦੀ ਹੈ। ਤੁਸੀਂ ਦੇਖਿਆ ਹੋਣਾ ਹੈ ਭਾਰਤ ਵਿੱਚ ਕੁਝ ਚੀਜ਼ਾਂ ਦੇ ਹੋਇਆ ਸੀਗੇ, ਤੇ ਦੂਸਰੇ ਪਾਸੇ ਕੋਈ ਲੇਖਕ ਵੀ ਆਪਣੀ ਗੱਲ ਰੱਖਦਾ ਤਾਂ ਆਸੇ-ਪਾਸੇ ਦੀ ਘਟਨਾਵਾਂ ਨੂੰ ਲੈ ਕੇ ਹੀ ਗੱਲ ਲਿਖੀ ਜਾਂਦੀ ਹੈ। ਕਵੀ ਜੇ ਆਪਣੀ ਗੱਲ ਵਿੱਚ ਕੋਈ ਚੀਜ਼ ਰੱਖਦਾ ਜੋ ਸਮਾਜ ਵਿੱਚ ਘਟਨਾ ਵਾਪਰਦੀ ਹੈ ਜਾਂ ਵਾਪਰੀ ਜਾ ਚੁੱਕੀ ਹੈ, ਉਸ ਨੂੰ ਲੈ ਕੇ ਹੀ ਗੱਲ ਰੱਖਦਾ, ਪਰ ਆਵਾਜ਼ ਨਹੀਂ ਦਬਾਉਣੀ ਚਾਹੀਦੀ। ਜਿਵੇਂ ਵਰਿੰਦਰ ਨੇ ਕਿਹਾ ਕਿ ਉਹਨੇ ਆਪਦਾ ਕੰਮ ਇੱਦਾਂ ਹੀ ਰੱਖਣਗੇ, ਨਾਲ ਇਹਨਾਂ ਦਾ ਬਿਜ਼ਨਸ ਵੀ ਹੈ, ਪਰ ਇੱਕ ਸ਼ੌਂਕ ਵੱਲੋਂ ਲਿਖਦੇ ਨੇ, ਵਿਅੰਗ ਕੱਸਦੇ ਨੇ, ਲੋਕਾਂ ਨੂੰ ਦੱਸਦੇ ਨੇ ਕਿ ਸਾਡੇ ਸਮਾਜ ਵਿੱਚ ਕੀ ਹੋ ਰਿਹਾ, ਕੀ ਆਸੇ-ਪਾਸੇ ਵਾਪਰ ਰਿਹਾ। ਜਿਵੇਂ ਇਹਨਾਂ ਨੇ ਖੁਦ ਵੀ ਜ਼ਿਕਰ ਕੀਤਾ ਸੀ ਕਿ ਕਵਿਤਾ ਤਾਂ ਲਿਖੀ ਗਈ ਹੈ ਜੇ ਇਹਨਾਂ ਨੇ ਕੁਝ ਦੇਖਿਆ, ਜੇ ਇਹਨਾਂ ਨੇ ਉਸ ਘਟਨਾ ਨੂੰ ਯਾਦ ਕੀਤਾ, ਜੋ ਉਹਨਾਂ ਦੀ ਘਟਨਾ ਦਿਮਾਗ ਦੇ ਵਿੱਚ ਆਈ ਹੈ ਜਾਂ ਮੀਡੀਆ ਦੇ ਵਿੱਚ ਚਰਚਾ ਬਣੀ ਹੈ, ਤਾਂ ਹੀ ਕਵਿਤਾ ਲਿਖੀ ਹੈ। ਤਾਂ ਲੇਖਕ ਵੀ ਆਪਣੀ ਗੱਲਬਾਤ ਰੱਖਦੇ ਨੇ। ਹਰ ਇੱਕ ਵਿਅਕਤੀ ਨੂੰ ਬੋਲਣ ਦੀ ਇਜਾਜ਼ਤ ਹੈ, ਪਰ ਇੱਕ ਠਰਮੇ ਨਾਲ ਸੋਚ ਸਮਝ ਕੇ ਬੋਲਣ ਦੀ ਲੋੜ ਹੈ। ਪਰ ਜੇ ਦੂਸਰੇ ਪਾਸੇ ਕੋਈ ਵਿਅੰਗ ਕੱਸਦਾ ਹੈ ਤਾਂ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਕੁਝ ਲੋਕ ਸਮੱਸਿਆ ਆ ਜਾਂਦੀ, ਕੁਝ ਲੋਕਾਂ ਨੂੰ, ਚਾਹੇ ਉਸ ਵਿੱਚ ਸਿਆਸਤਦਾਨ ਕਿਉਂ ਨਾ ਹੋਣ। ਪਿਛਲੇ ਸਮੇਂ ਵੀ ਇੱਕ ਕਵੀ ਨੂੰ ਪਕੜ ਲਿਆ ਗਿਆ ਸੀ ਕਿ ਉਹਨੇ ਕੁਝ ਵਿਅੰਗ ਕੱਸੇ ਸੀ, ਪਰ ਜਿਵੇਂ ਜ਼ਿਕਰ ਕਰਦੇ ਨੇ ਕਿ ਸਭ ਨੂੰ ਰੱਖਣ ਦਾ ਪੂਰਾ ਇੱਥੇ ਹੱਕ ਹੈ।